ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਪੰਥ ਦੇ ਵਿੱਚ ਜਦੋਂ ਵਿਵਾਦ ਹੁੰਦਾ ਫਿਰ ਚਰਚਾ ਕਰਨੀ ਬਣਦੀ ਹੈ। ਚਰਚਾ ਅਸੀਂ ਪਹਿਲਾਂ ਵੀ ਕੀਤੀ ਸੀ, ਹੁਣ ਚਰਚਾ ਇਹ ਨਵੀਂ ਹੈ ਕੀ ਹੈ, ਕਿਉਂਕਿ ਇਸ ਚਰਚਾ ਦੇ ਵਿਚਾਲੇ ਹੁਣ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਹੈ। ਪੰਥਕ ਏਕਤਾ ਦੀ ਅਪੀਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੀ ਗਈ ਹੈਗੀ ਹੈ ਤੇ ਉਸ ਤੋਂ ਬਾਅਦ ਨਾਲ ਹੀ ਟਿੱਪਣੀ ਵੀ ਕੀਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਕਿ ਸਾਡੇ ਮਾਮਲਿਆਂ ਦੇ ਵਿੱਚ ਜਾਂ ਪੰਥਕ ਮਾਮਲਿਆਂ ਦੇ ਵਿੱਚ ਦਖਲ ਨਾ ਦਿੱਤਾ ਜਾਵੇ। ਉਧਰੋਂ ਮੁੱਖ ਮੰਤਰੀ ਨੇ ਵੀ ਜਵਾਬ ਦਿੱਤਾ ਹੈ ਕਿ ਪੰਥਕ ਮਾਮਲਿਆਂ ਵਿੱਚ ਦਖਲ ਦੀ ਗੱਲ ਨਹੀਂ ਹੈ ਕਿ ਸਵਾਲ ਇੱਕੋ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਤੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਉਹ ਇਸ ਤੇ ਟਿੱਪਣੀ ਕਰਨਗੇ ਜ਼ਰੂਰ, ਉਹਨਾਂ ਦੀ ਜ਼ਿੰਮੇਵਾਰੀ ਹੈ ਕੀ ਹੈ। ਇਸੇ ਕਰਕੇ ਇਹ ਸਵਾਲ ਕਰ ਰਹੇ ਹਾਂ ਕਿ ਪੰਥ ਤੇ ਪੋਲੀਟੀਕਲ ਪੈਚ ਕਿਉਂ। SGPC वर्सेस सरकार आज बहस क्यों कर रहे हैं? बहस इस करके कर रहे हैं टू द पॉइंट वे ਢੱਡਰੀਆਂ ਵਾਲੇ ਅਤੇ ਦਮਦਮੀ ਟਕਸਾਲ ਦੇ ਵਿਵਾਦ ਵਿੱਚ ਇੱਕ ਨਵਾਂ ਮੋੜ ਆਇਆ। ਇਹ ਸਿਆਸੀ ਮੋੜ ਹੈ। ਲੌਂਗੋਵਾਲ ਦੀ ਪੰਥਕ ਏਕਤਾ ਵਾਲੀ ਅਪੀਲ ਵਿੱਚ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਗਈ ਹੈ। ਪੰਥਕ ਮਸਲਿਆਂ ਵਿੱਚ ਮੁੱਖ ਮੰਤਰੀ ਦਾ ਦਖਲ ਠੀਕ ਨਹੀਂ, ਇਹ ਲੌਂਗੋਵਾਲ ਕਹਿ ਰਹੇ ਹੈ। SGPC ਦੇ ਪ੍ਰਧਾਨ ਨਸੀਹਤ ਵਾਲੀ ਟਿੱਪਣੀ ਤੇ ਕੈਪਟਨ ਨੇ SGPC ਪ੍ਰਧਾਨ ਨੂੰ ਚਿੱਠੀ ਲਿਖ ਦਿੱਤੀ ਹੈਗੀ ਹੈ। ਧਮਕੀਆਂ ਪ੍ਰਵਾਨ ਨਹੀਂ, ਕਾਨੂੰਨ ਵਿਵਸਥਾ ਬਣਾਈ ਰੱਖਣਾ ਮੇਰੀ ਪਹਿਲੀ ਜ਼ਿੰਮੇਵਾਰੀ ਹੈ, ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਹੈ। SGPC ਮਸਲਾ ਹੱਲ ਕਰੇ, ਨਹੀਂ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਦਖਲ ਦੀ ਮੰਗ ਕਰੋ, ਇਹ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਸਵਾਲ ਮਹੱਤਵਪੂਰਨ ਹੈ, ਸਵਾਲ ਇੱਕੋ ਹੀ ਪੁੱਛਾਂਗੇ, ਪੰਥ ਨੂੰ ਏਕੇ ਵਾਲੇ ਰਾਹ ਤੇ ਲਿਆਉਣ ਦੇ ਦਾਅਵਿਆਂ 'ਚ ਅੜਿੱਕਾ ਕੀ ਹੈਗਾ। ਤੇ ਸਾਡੇ ਨਾਲ ਖਾਸ ਪੈਨਲ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਹੇ ਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪੂਰਾ ਮਾਮਲਾ ਹੈ ਕੀ ਹੈ। ਸੁਖਦੇਵ ਸਿੰਘ ਭੌਰ ਕਨਵੀਨਰ ਨੇ ਪੰਥਕ ਫਰੰਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਸਾਬਕਾ ਜਨਰਲ ਸਕੱਤਰ ਵੀ ਰਹੇ ਨੇ। ਭੌਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਗੁਰਤੇਜ ਸਿੰਘ ਸਿੱਖ ਸਕਾਲਰ ਦੇ ਤੌਰ ਨਾਲ ਸਾਡਾ ਮੌਜੂਦ ਰਹਿਣਗੇ ਤੇ ਗੁਰਤੇਜ ਸਿੰਘ ਹਰੀ ਜਰਨੈਲ ਸਿੰਘ ਪਿੰਡਰਾਂਵਾਲਾ ਦੇ ਬੜੇ ਕਰੀਬੀ ਰਹੇ ਨੇ। ਗੁਰਤੇਜ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਫਾਰਮਰ IAS में ਤਾਰਸ ਸੰਧੂ ਕਾਂਗਰਸ ਦੀ ਨੁਮਾਇੰਦਗੀ ਕਰਤੇ ਹੈ। ਤਾਰਸ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਨੇ ਇਸ ਪੂਰੀ ਸਿਆਸਤ ਨੂੰ ਹੰਡਾਇਆ ਹੈਗਾ, ਦੇਖਿਆ ਹੈਗਾ, ਪੰਥਕ ਮਸਲੇ ਚੰਗੀ ਤਰ੍ਹਾਂ ਜਾਣਦੇ ਹੈਗੇ ਆ, ਪਰ ਅੱਜ ਪੰਥਕ ਮਸਲਿਆਂ ਸ਼ਾਇਦ ਘੱਟ ਗੱਲ ਕਰ ਸਕਣ ਕਿਉਂਕਿ ਸਿਆਸਤ ਦੀ ਲਕੀਰ ਹੈ ਜਿਹੜੀ ਉਹ ਗੱਲ ਕਰ ਨਹੀਂ ਦਿੰਦੀ। ਤਾਰਸ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਨੇ, ਯੂਥ ਆਗੂ ਨੇ ਤੇ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਯੂਥ ਕਿਸ ਤਰੀਕੇ ਨਾਲ ਦੇਖਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੇ ਟਕਸਾਲੀ ਕਿਸ ਤਰੀਕੇ ਨਾਲ ਦੇਖ ਰਹੇ ਇਸ ਪੂਰੇ ਵਿਵਾਦ ਨੂੰ ਤੇ ਇਸ ਵਿਵਾਦ ਨੂੰ ਹੱਲ ਕਰਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭੂਮਿਕਾ ਨਿਭਾ ਕੇ ਰਿਹਾ। ਸਤਿੰਦਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਰਜਿੰਦਰ ਸਿੰਘ ਖਾਲਸਾ ਇਹ ਸ਼੍ਰੋਮਣੀ ਖਾਲਸਾ ਪੰਚਾਇਤ ਦੇ ਨੁਮਾਇੰਦੇ ਨੇ ਤੇ ਇਹ ਇਸ ਕਰਕੇ ਇੱਥੇ ਸਾਡੇ ਨਾਲ ਮੌਜੂਦ ਹੈ ਕਿ ਕਿਉਂਕਿ ਇਹ ਖੁਦ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਹੈਗੇ ਤੇ ਇਹਨਾਂ ਨੂੰ ਪਤਾ ਹੈਗਾ ਕਿ ਪ੍ਰਚਾਰਕ ਨੂੰ ਕਿਹੋ ਜਿਹੀਆਂ ਦਿੱਕਤਾਂ ਆਉਂਦੀਆਂ ਤੇ ਪ੍ਰਚਾਰਕ ਜਿਹੜਾ ਪ੍ਰਚਾਰ ਕਿਸ ਤਰੀਕੇ ਨਾਲ ਕਰਦਾ ਹੈਗਾ ਤੇ ਸੰਗਤ ਦੇ ਵਿੱਚ ਕਿਸ ਤਰੀਕੇ ਨਾਲ ਜਾਂਦਾ ਹੈਗਾ। ਰਜਿੰਦਰ ਸਿੰਘ ਖਾਲਸਾ ਤੁਹਾਡਾ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਨਾਮ ਸਿੰਘ ਹਰੀ ਸਪੋਰਟਰ ਨੇ ਦਮਦਮੀ ਟਕਸਾਲ ਦੇ, ਵੈਸੇ ਉਹ ਕਿਸੇ ਸਿਆਸੀ ਧਿਰ ਨਾਲ ਵੀ ਸੰਬੰਧਿਤ ਹੈ ਕਿ ਉਹ ਉਹਨਾਂ ਦੀ ਇੰਤਜ਼ਾਰ ਕਰ ਰਹੇ ਹਨ, ਸ਼ਾਇਦ ਉਹ ਆ ਜਾਣ, ਅਸੀਂ ਉਮੀਦ ਕਰ ਰਹੇ ਹਾਂ ਕਿ ਉਹ ਆਉਣਗੇ ਜ਼ਰੂਰ। ਵੈਸੇ ਦਮਦਮੀ ਟਕਸਾਲ ਤੇ ਢੱਡਰੀਆਂ ਵਾਲਿਆਂ ਵੱਲੋਂ ਸਿੱਧਾ ਨੁਮਾਇੰਦਾ ਕੋਈ ਨਹੀਂ ਆ ਰਿਹਾ। ਅਸੀਂ ਇਸ ਮੰਚ ਤੋਂ ਪਹਿਲਾਂ ਫਿਰ ਅਪੀਲ ਕਰਦੇ ਹਾਂ ਕਿ ਪੰਥਕ ਵਿਵਾਦ ਆ ਜਿਹੜਾ ਉਹ ਹੱਲ ਹੋਣਾ ਚਾਹੀਦਾ ਹੈ ਤੇ ਉਸ ਦੇ ਲਈ ਸਿਆਸਤ ਹੈ ਜਿਹੜੀ ਉਹ ਆਪਣੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਇਸ ਟਕਰਾਅ ਦੀ ਸਥਿਤੀ ਨੂੰ ਟਾਲਣ ਵਿੱਚ ਜੇ ਕਾਮਯਾਬ ਹੋ ਜਾਵੇ ਤਾਂ ਇਹ ਮੰਚ ਉਹਦਾ ਸਵਾਗਤ ਕਰੇਗਾ। ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਪੰਥਕ ਏਕਤਾ ਜਿਹੜੀ ਉਹ ਮਜ਼ਬੂਤ ਹੋਵੇ। ਸਭ ਤੋਂ ਪਹਿਲਾ ਸਵਾਲ ਤਾਰਸ ਸੰਧੂ ਤੁਹਾਨੂੰ ਕਰਨਾ ਚਾਹੂੰਗਾ। ਤਾਰਸ ਸੰਧੂ, ਸਰਕਾਰ ਨੂੰ ਜ਼ਿਆਦਾ ਕੁਝ ਨਜ਼ਰ ਆ ਰਿਹਾ ਇਸ ਸਭ ਦੇ ਵਿੱਚ ਜਾਂ ਸਿਰਫ ਤੁਹਾਡੇ ਕੋਲ ਇੱਕੋ ਹੀ ਗੱਲ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਅਸੀਂ ਬੋਲਾਂਗੇ ਜਾਂ ਕੋਈ ਸਿਆਸੀ ਰਾਹ ਲੱਭ ਰਹੇ ਹੋ ਤੁਸੀਂ? ਪੰਜਾਬ ਦੁਖਾਂਤ ਦੇ 12 ਸਾਲਾਂ ਦਾ ਤਜਰਬਾ ਕੱਲਾ ਮੁੱਖ ਮੰਤਰੀ ਕੋਲ ਹੀ ਨਹੀਂ, ਪੰਜਾਬ ਦੇ ਲੋਕਾਂ ਕੋਲ ਵੀ ਹੈ ਕਿ ਇਹ ਮਸਲੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਜਾਂ ਟਕਰਾਅ ਦੇ ਹੌਲੀ ਹੌਲੀ ਜਾ ਕੇ ਕਿਸ ਕਿਸਮ ਦਾ ਰੂਪ ਧਾਰਨ ਕਰ ਲੈਂਦੇ ਆ। ਇਹ ਸਾਰਾ ਕੁਝ ਆਪਾਂ ਹੰਡਾ ਚੁੱਕੇ ਆ। ਆਪਾਂ ਬਲੂ ਸਟਾਰ ਆਪਰੇਸ਼ਨ ਵੀ ਦੇਖਿਆ, ਬਲੈਕ ਥੰਡਰ ਆਪਰੇਸ਼ਨ ਵੀ ਦੇਖਿਆ, ਸੰਤ ਭਿੰਡਰਾਂਵਾਲੇ ਦਾ ਦਮਦਮੀ ਟਕਸਾਲ ਚੌਂਕ ਮਹਿਤਾ ਤੋਂ ਉਹਨਾਂ ਦੇ ਅੰਦਰ ਹਰਮੰਦਰ ਸਾਹਿਬ ਦੇ ਸ਼ਿਫਟ ਕਰਨ ਦਾ ਵੀ ਦੇਖਿਆ। ਬਹੁਤ ਕੁਝ ਪੰਜਾਬ ਨੇ ਦੇਖਿਆ। ਇਸ ਕਰਕੇ ਕੋਈ ਵੀ ਪੰਥਕ ਮਾਮਲੇ ਤੁਸੀਂ ਕਾਰਵਾਈ ਕੀ ਕੀਤੀ ਹੁੰਦੀ ਤਾਰਾ ਸੰਧੂ? ਤਾਰਾ ਸੰਧੂ ਕਾਰਵਾਈ ਕੀ ਕੀਤੀ ਹੈ? ਤੁਸੀਂ ਤਾਂ ਸਲਾਹਾਂ ਦੇਈ ਜਾਂਦੇ ਇੱਕ ਦੂਜੇ ਨੂੰ, ਉਹ ਤੁਹਾਨੂੰ ਸਲਾਹ ਦੇ ਜਾਂਦੇ, ਤੁਸੀਂ ਉਹਨਾਂ ਨੂੰ ਸਲਾਹ ਦੇ ਜਾਂਦੇ ਹੋ। ਤੁਸੀਂ ਕਾਰਵਾਈ ਕੀ ਕੀਤੀ ਹੈ ਸਰਕਾਰ ਵੱਲੋਂ? ਮੁੱਖ ਮੰਤਰੀ ਨੇ ਤਾਂ ਸਪਸ਼ਟ ਕਹਿਤਾ ਵੀ ਲਾਅ ਐਂਡ ਆਰਡਰ ਦੇ ਮਸਲੇ ਦੇ ਵਿੱਚ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਔਰ ਨਹੀਂ ਬਖਸ਼ਿਆ ਜਾਊਗਾ। ਨਹੀਂ, ਤੁਸੀਂ ਢੱਡੀਆਂ ਵਾਲੇ ਨੂੰ ਸਿਕਿਉਰਿਟੀ ਦਿੱਤੀ, ਉਸ ਤੋਂ ਇਲਾਵਾ ਕੀ ਕੀਤਾ? ਸ਼ਿਕਾਇਤ ਦਾ ਇੰਤਜ਼ਾਰ ਕਰ ਰਹੇ ਹੋ? ਕਿਉਂ? ਕੇਸ ਚੱਲ ਰਿਹਾ, ਜਿਹਨਾਂ ਜਿਹੜੇ ਕਾਤਲ ਫੜੇ ਗਏ ਆ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ। ਮੇਰਾ ਸਵਾਲ ਇਸ ਧਮਕੀ ਨਾਲ ਜੁੜਿਆ ਜਿਹੜੀ ਹੁਣ ਧਮਕੀ ਦਿੱਤੀ ਗਈ ਜਸਵਾਲ ਵੱਲੋਂ, ਅਸੀਂ ਧਮਕੀ ਇਸੇ ਵਾਲੇ ਤੇ ਵੀ ਸਪਸ਼ਟ ਕਿਹਾ ਵੀ ਨਹੀਂ ਲਾਅ ਐਂਡ ਆਰਡਰ ਦੀ। ਉਸ ਤੋਂ ਅੱਗੇ ਕੀ ਕੀਤਾ ਹੈ? ਉਸ ਤੋਂ ਅੱਗੇ ਕੀਤਾ ਤਾਰਾ ਸੰਧੂ
ਢੱਡਰੀਆਂ ਵਾਲਿਆਂ ਨੂੰ ਸਿਕਿਉਰਿਟੀ ਦਿੱਤੀ, ਉਸ ਤੋਂ ਅੱਗੇ ਕੀ ਕੀਤਾ? ਉਸ ਕੀ ਇੰਤਜ਼ਾਰ ਕਰ ਰਹੇ ਹੋ ਤੁਸੀਂ? ਇੰਤਜ਼ਾਰ ਕਰਦਾ ਕੋਈ ਫੜ ਕੇ ਅੰਦਰ ਦੇਵਾਂਗੇ ਜੇ ਉਹ ਕਿਸੇ ਹਰਕਤ 'ਚ ਆਉਣ ਦੀ ਸਤਿੰਦਰ ਸਿੰਘ ਕੋਸ਼ਿਸ਼ ਗਿੱਲ, ਕਰੂ। ਸਤਿੰਦਰ ਸਿੰਘ ਗਿੱਲ, ਇਹ ਟਕਰਾਅ ਸਿੱਧਾ ਸਿੱਧਾ ਤੁਹਾਡਾ ਨਜ਼ਰ ਆ ਰਿਹਾ, ਤੁਹਾਡਾ ਤੇ ਕਾਂਗਰਸ ਦਾ। ਨਹੀਂ ਕੇਪੀ ਜੀ, ਇਹਨੂੰ ਦੇਖੋ, ਮੈਂ ਤੇ ਤੁਹਾਨੂੰ ਰਿਕੁਐਸਟ ਵੀ ਕਰਦਾ ਵੀ ਇਸ ਸਾਰੇ ਇਸ਼ੂ ਨੂੰ ਕਿਤੇ ਵੀ ਪੋਲੀਟੀਸਾਈਜ਼ ਨਾ ਕੀਤਾ ਜਾਏ ਤੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਇਹਨੂੰ ਜੋੜਿਆ ਨਾ ਜਾਏ। ਪੰਜਾਬ ਨੇ 1978 ਜੋੜ ਦਾ ਕੌਣ ਰਿਹਾ? ਜਿਹੜਾ ਸਤਿੰਦਰ ਸਿੰਘ ਇਨਸੀਡੈਂਟ ਹੋਇਆ ਸਤਿੰਦਰ ਸਿੰਘ ਗਿੱਲ, ਜੋੜ ਕੌਣ ਰਿਹਾ? ਦੇਖੋ, ਜੋੜ ਇਹਨਾਂ ਦੀਆਂ ਜੋ ਕਲੈਸ਼ ਇਹਨਾਂ ਦਾ ਚੱਲ ਰਿਹਾ, ਉਹ ਇਹਨਾਂ ਦੀ ਸੋਚ ਦਾ ਕਲੈਸ਼ ਹੈ, ਇੱਕ ਦੂਜੇ ਨੂੰ ਕਲੈਰੀਫਿਕੇਸ਼ਨਸ ਦੇਣ ਦਾ ਕਲੈਸ਼ ਹੈ। ਉਹ ਕਹਿੰਦੇ ਨੇ ਵੀ ਸਿੱਖ ਮਰਿਆਦਾ ਦੇ ਹਿਸਾਬ ਨਾਲ ਤੇ ਤੁਸੀਂ ਕੀ ਕਰ ਰਹੇ ਹੋ? ਪੰਥਕ ਐਸੀ ਹੋ ਤੁਸੀਂ ਆਦਿਆਂ ਨੂੰ ਪੰਥਕ ਐਸੀ ਕਹਿੰਦੇ ਹੋ, ਤੁਸੀਂ ਕੀ ਕਰ ਰਹੇ ਹੋ ਸਤਿੰਦਰ ਸਿੰਘ? ਇਹਦੇ ਵਿੱਚ ਇੱਕੋ ਹੀ ਜਿਹੜੀ ਸਾਡੇ ਐਸਜੀਪੀਸੀ ਪ੍ਰਧਾਨ ਹੋਣਾ ਨੇ ਬੇਨਤੀ ਕੀਤੀ ਹੈ ਵੀ ਇੱਕ ਟੇਬਲ ਤੇ ਬਹਿ ਕੇ ਇਹਦਾ ਹੱਲ ਲੱਭਿਆ ਜਾ ਸਕਦਾ ਹੈ। ਮਰਨ ਮਰਾਨ ਨਾਲੋਂ ਦੇਖੋ ਅੱਗੇ ਵੀ ਬਹੁਤ ਕੁਝ ਹੋ ਚੁੱਕਾ। 1978 ਚ ਕੀ ਹੋਇਆ ਸੀ? ਉਦੋਂ ਵੀ ਜਦੋਂ ਸ਼ਹੀਦ ਹੋਏ ਆਪਣੇ ਸਿੰਘ ਵਿਸਾਖੀ ਵਾਲੇ ਦਿਨ, ਉਸੇ ਮਾਹੌਲ ਨੂੰ ਕਿਤੇ ਨਾ ਕਿਤੇ ਕੋਈ ਉਹੋ ਜੀ ਗੱਲਬਾਤ ਨਾ ਹੋ ਜੇ, ਉਹ ਅੰਮ੍ਰਿਤਸਰ ਇਹਨਾਂ ਨੇ ਰੱਖਿਆ ਸੀ। ਸਤਿੰਦਰ ਸਿੰਘ ਗਿੱਲ, ਕਿੱਥੇ ਜੋੜ ਰਹੇ ਹੋ? ਮੈਂ ਦੱਸਦਾ ਕਿੱਥੇ ਜੋੜਦਾ, ਮੈਂ ਅੱਜ ਦੀ ਸਥਿਤੀ ਦੀ ਗੱਲ ਕਰ ਰਿਹਾ। ਦੇਖੋ, ਸਥਿਤੀ ਇਦਾਂ ਨਹੀਂ ਉੱਠ ਜਾਂਦੀ ਵੀ ਇਹ ਅੱਜ ਦੀ ਸਥਿਤੀ ਉੱਠ ਗਈ ਹੈ। ਇਹ ਸਥਿਤੀ ਤੁਹਾਡੀ ਇਹਨਾਂ ਗੱਲਾਂ ਤੋਂ ਮੈਨੂੰ ਲੱਗਦਾ ਨਹੀਂਗਾ ਤੁਸੀਂ ਪੰਥਕ ਏਕਤਾ ਕਰਵਾਉਣਾ ਚਾਹੁੰਦੇ ਹੋ। ਸਾਲਾਂ ਤੋਂ ਉੱਠ ਰਹੀ ਹੈ। ਜਿਹੜਾ ਅੰਮ੍ਰਿਤਸਰ ਇਹਨਾਂ ਦਾ ਸ਼ੋਅ ਹੋਇਆ ਸੀ ਤੇ ਰੱਦ ਕੀਤਾ ਗਿਆ ਸੀ, ਉਹ ਕਿਉਂ ਕੀਤਾ ਗਿਆ ਸੀ ਰੱਦ? ਕੀ ਸੋਚ ਹੋ ਸਕਦੀ ਸੀ ਉਦੋਂ? ਢੱਡਰੀਆਂ ਵਾਲੇ ਇਹ ਗੱਲ ਕਹਿ ਰਹੇ, ਢੱਡਰੀਆਂ ਵਾਲੇ ਇਹ ਗੱਲ ਕਹਿ ਰਹੇ ਆ ਕਿ ਇਹਦਾ ਮਤਲਬ ਇਹ ਆ ਜੇ ਉਹਨਾਂ ਦਾ ਸਮਾਗਮ ਰੱਦ ਕੀਤਾ ਜਾਂਦਾ, ਇਹਦਾ ਮਤਲਬ ਤੁਸੀਂ ਉਸ ਧਿਰ ਨਾਲ ਖੜੇ ਹੋ, ਸਾਨੂੰ ਡਰਾ ਰਹੇ ਹੋ। ਖੜੇ ਦੀ ਗੱਲ ਨਹੀਂ ਹੁੰਦੀ, ਕਿਉਂਕਿ ਹਿਸਟਰੀ ਤੋਂ ਬੰਦੇ ਨੂੰ ਸਿੱਖ ਲੈਣਾ ਚਾਹੀਦਾ। ਹੁਣ ਐਸਜੀਪੀਸੀ ਦੇ ਪ੍ਰਧਾਨ ਇੱਕੋ ਗੱਲ ਕਰ ਰਿਹਾ ਵੀ ਟੇਬਲ ਤੇ ਬਹਿ ਕੇ ਜੇ ਤੁਹਾਡੀਆਂ ਆਈਡੀਓਲੋਜੀ ਦਾ ਫਰਕ, ਉਹਦਾ ਹੱਲ ਲੱਭ ਲਓ ਬਹਿ ਕੇ। ਸੁਖਦੇਵ ਸਿੰਘ ਪੌਰ, ਲੜਨ ਦਾ ਕੋਈ ਫਾਇਦਾ? ਇਹ ਜਿਹੜੀ ਗੱਲ ਕਹਿ ਰਹੇ ਆ ਲੜਨ ਦਾ ਕੋਈ ਫਾਇਦਾ ਨਹੀਂ, ਇਹ ਸਾਰੀ ਗੱਲ ਕਹਿ ਰਹੇ ਲੜਨ ਦਾ ਕੋਈ ਫਾਇਦਾ ਨਹੀਂ। ਤੁਸੀਂ ਵੀ ਕਹੋਗੇ, ਸਾਰੇ ਕਹਿ ਰਹੇ ਆ, ਕਹਿਣਾ ਵੀ ਚਾਹੀਦਾ। ਪਰ ਸਵਾਲ ਇਹ ਹੈਗਾ ਜਿਹੜੀ ਇਹ ਪੰਥਕ ਏਕਤਾ ਦੀ ਅਪੀਲ ਹੈ ਉਹ ਬਾਹਰ ਕੀਤੀ ਜਾ ਰਹੀ ਹੈ, ਅੰਦਰ ਕੀ ਕੀਤਾ ਜਾ ਰਿਹਾ? ਦੇਖੋ, ਪੰਥਕ ਏਕਤਾ ਉਹ ਲੋਕ ਕਰਾ ਸਕਦੇ ਆ ਜਿਹੜੇ ਸਾਰੀ ਕੌਮ ਦੇ ਸਾਂਝੇ ਹੋਣ। ਪਿਛਲੇ ਸਮੇਂ 'ਚ ਜੋ ਕੁਝ ਹੋਇਆ ਉਹਦੇ ਨਾਲ ਕੌਮੀ ਪ੍ਰਭਾਵ ਘਟ ਗਿਆ, ਕਿਸੇ ਇੱਕ ਧਿਰ ਦਾ ਪ੍ਰਭਾਵ ਵੱਧ ਪੈਂਦਾ ਰਿਹਾ। ਹੁਣ ਇੱਕ ਧਮਕੀ ਦੇ ਉੱਤੇ ਆਪਾਂ ਜਿਹੜੀ ਡਿਸਕਸ਼ਨ ਕਰ ਰਹੇ ਹਾਂ, ਜਦੋਂ ਇੱਕ ਬੰਦਾ ਮਰਿਆ ਢੱਡਰੀਆਂ ਵਾਲਿਆਂ ਦਾ, ਉਸ ਵੇਲੇ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਧਮਕੀਆਂ ਤੋਂ ਬਾਅਦ ਵੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਔਰ ਤੁਸੀਂ ਉਸ ਵੇਲੇ ਦੇ ਬਿਆਨ ਕੱਢ ਕੇ ਦੇਖ ਲਓ, ਆ ਹੁਣ ਦੀ ਧਮਕੀ ਦੇ ਬਿਆਨ ਕੱਢ ਕੇ ਦੇਖ ਲਓ। ਜੋ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਹੈ ਜਿਸ ਲਾਈਨ ਦੇ ਵਿੱਚ, ਉਸੇ ਲਾਈਨ ਦੇ ਵਿੱਚ ਜਥੇਦਾਰ ਅਕਾਲ ਤਖਤ ਬੋਲ ਰਿਹਾ, ਉਸੇ ਲਾਈਨ ਦੇ ਵਿੱਚ ਪ੍ਰਧਾਨ ਸ਼੍ਰੋਮਣੀ ਕਮੇਟੀ ਬੋਲ ਰਿਹਾ। ਇਹ ਜਿਹੜੀਆਂ ਸੰਸਥਾਵਾਂ ਆ, ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਸਿੱਖਾਂ ਦੀਆਂ ਸੰਸਥਾਵਾਂ ਆ। ਕਿਸੇ ਵਿਸ਼ੇਸ਼ ਪਾਰਟੀ ਦਾ ਇੱਕ ਅਧਿਕਾਰ ਨਹੀਂ ਹੈ ਇਹਨਾਂ ਦੇ ਉੱਤੇ। ਬੇਸ਼ੱਕ ਬੰਦੇ ਕਿਸੇ ਦੇ ਵੱਧ ਜਿੱਤ ਜਾਣ ਜਾਂ ਘੱਟ ਜਿੱਤ ਜਾਣ। ਜੇ ਪਿਛਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਿਰਪੱਖ ਹੋ ਕੇ ਫੈਸਲੇ ਲਏ ਹੁੰਦੇ ਤੇ ਕੋਈ ਹੋ ਸਕਦਾ ਸੀ, ਕੋਈ ਦੋਨੇ ਧਿਰਾਂ ਆਪਸ ਵਿੱਚ ਹੀ ਆ ਕੇ ਕੋਈ ਕਹਿ ਸਕਦੀਆਂ ਵੀ ਤੁਸੀਂ ਸਾਲਸ ਬਣੋ ਜੀ, ਸਾਡਾ ਫੈਸਲਾ ਕਰਾ ਦਿਓ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋਇਆ, ਪਿਛਲੇ ਸਮੇਂ ਵਿੱਚ ਵੀ ਜਦੋਂ ਢੱਡਰੀਆਂ ਵਾਲਿਆਂ ਦਾ ਇੱਕ ਸਿੰਘ ਚੜ੍ਹਾਈ ਕੀਤਾ, ਉਸ ਵੇਲੇ ਵੀ ਇਹੀ ਕਿਹਾ ਗਿਆ ਵੀ ਤੂੰ ਠਰਮੇ ਨਾ ਰਹਿ ਬਈ। ਹਮਲਾਵਰ ਧਿਰ ਨੂੰ ਕਿਸੇ ਨੇ ਨਹੀਂ ਰੋਕਿਆ। ਹੁਣ ਫੇਰ ਇਹੀ ਕਿਹਾ ਜਾ ਰਿਹਾ, ਪ੍ਰਚਾਰਕ ਸੰਕੋਚ ਕਰਨ, ਵਿਵਾਦਤ ਬਿਆਨ ਨਾ ਦੇਣ, ਵਿਵਾਦਤ ਕਥਾ ਨਾ ਕਰਨ, ਤੇ ਜਿਹੜੀ ਹਮਲਾਵਰ ਧਿਰ ਆ ਉਹਨੂੰ ਰੋਕਣ ਦੇ ਲਈ ਕੁਝ ਨਹੀਂ ਕੀਤਾ ਜਾ ਰਿਹਾ। ਹੋਰ ਸਾਹਿਬ, ਤੁਸੀਂ ਤਾਂ ਉਹਨਾਂ ਨਾਲ ਰਹੇ ਹੋ। ਹਾਂ, ਮੈਂ ਨਾਲ ਰਿਹਾ ਨਾਲ ਰਹੇ ਹੋ ਤਾਂ ਤੁਸੀਂ ਮੈਂ ਨਾਲ ਰਹਿ ਕੇ ਹੀ ਛੱਡਿਆ ਨਾ ਜਦੋਂ ਪੱਖਪਾਤੀ ਹੋਇਆ। ਜਦੋਂ ਪਹਿਲਾਂ ਪੱਖਪਾਤੀ ਨਹੀਂ ਸੀ? ਨਹੀਂ, ਬਹੁਤ ਸਾਰੇ ਫੈਸਲੇ ਐਸੇ ਹੁੰਦੇ ਸੀ। ਦੇਖੋ, ਮੈਂ ਟੌੜਾ ਸਾਹਿਬ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਪ੍ਰਧਾਨਾਂ ਨਾਲ ਕੰਮ ਕੀਤਾ। ਜੋ ਅਕਾਲ ਤਖਤ ਸਾਹਿਬ ਦੀ ਹਸਤੀ ਸੀ ਉਹ ਇਸ ਵੇਲੇ ਉਹ ਨਹੀਂ ਰਹਿ ਗਈ। ਇਹ ਸਾਰੀ ਦੁਨੀਆ ਨੂੰ, ਬੱਚੇ ਨੂੰ ਪਤਾ। ਤੁਸੀਂ ਇਹ ਕਹਿ ਰਹੇ ਹੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾਹ ਲੱਗੀ? ਨਹੀਂ, ਮਰਿਆਦਾ ਨੂੰ ਢਾਹ ਜਥੇਦਾਰਾਂ ਨੇ ਲਾਈ ਆ। ਜੇ ਜਥੇਦਾਰ ਨਿਰਪੱਖ ਹੋ ਕੇ ਫੈਸਲੇ ਲੈਂਦੇ, ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਧਿਆਨ 'ਚ ਰੱਖ ਕੇ ਫੈਸਲੇ ਲੈਂਦੇ, ਸ਼ਾਇਦ ਇਹ ਨੌਬਤ ਹੀ ਨਾ ਆਉਂਦੀ। ਤੁਹਾਨੂੰ ਕਿਉਂ ਸੋਚ ਤਾਂ ਨਹੀਂ ਇੰਨੇ ਸਾਲਾਂ ਨਾਲ ਲਾਏ ਤੁਸੀਂ? ਨਹੀਂ, ਦੇਖੋ, ਮੈਂ ਜਦੋਂ ਮੈਂ ਕੰਮ ਕੀਤਾ ਆਪਣੀਆਂ ਲਿਮਿਟਸ ਦੇ ਵਿੱਚ ਰਹਿ ਕੇ, ਮੈਂ ਜਿੱਥੇ ਮੈਨੂੰ ਲੱਗਦਾ ਸੀ ਵੀ ਪੰਥ ਦਾ ਨੁਕਸਾਨ ਹੋ ਰਿਹਾ, ਮੈਂ ਆਵਾਜ਼ ਬੁਲੰਦ ਤੁਸੀਂ ਆਵਾਜ਼ ਚੁੱਕੀ। ਚਾਹੇ ਉਹ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਸੀ, ਮੈਂ ਉਸ ਵੇਲੇ ਵੀ ਕਿਹਾ ਸੀ ਵੀ ਤੁਸੀਂ ਇੱਕ ਧਿਰ ਦੇ ਕਹਿਣ ਤੇ ਬੇੜਾ ਗਰਕ ਕਰਨ ਲੱਗੇ ਆ, ਇਹਨੇ ਸਿੱਖਾਂ ਦੀ ਅੱਡਰੀ ਹਸਤੀ ਨੂੰ ਢਾਹ ਮਾਰਿਆ। ਕਿਹੜੀ ਧਿਰ? ਸੰਤ ਸਮਾਜ ਦੀ ਕਹਿ ਕੇ ਕੀਤਾ ਸੀ। ਠੀਕ ਹੈ। ਗੁਰਤੇਜ ਸਿੰਘ ਜੀ, ਪੌਰ ਸਾਹਿਬ ਇੱਕ ਗੱਲ ਕਹਿ ਰਹੇ ਆ ਕਿ ਕੋਈ ਸਾਂਝੀ ਧਿਰ ਹੋਵੇ ਜਿਹੜਾ ਫੈਸਲਾ ਕਰਦੇ। ਇੱਕ ਡੀਐਸਸੀਐਮਸੀ ਦੇ ਪ੍ਰਧਾਨ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਮੈਂ ਤਿਆਰ ਹੈਗਾ ਸਮਝੌਤਾ ਕਰਾਉਣ ਦੇ ਲਈ। ਹੁਣ ਪੰਥਕ ਏਕਤਾ ਦੀ ਅਪੀਲ ਲੌਂਗੋਵਾਲ ਵੱਲੋਂ ਕੀਤੀ ਜਾਂਦੀ ਹੈ। ਦੋ ਪ੍ਰਧਾਨਾਂ ਨੇ ਅਪੀਲ ਕੀਤੀ ਹੈ ਕਿ ਪਰ ਸਾਂਝੀ ਧਿਰ ਕਿਹੜੀ ਹੈ ਇਹਨਾਂ ਵਿੱਚੋਂ? ਇਹਨਾਂ ਦੇ ਵਿੱਚੋਂ ਕੋਈ ਵੀ ਸਾਂਝੀ ਧਿਰ ਨਹੀਂ। ਐਸਜੀਪੀਸੀ ਦਾ ਪ੍ਰਧਾਨ, ਅਕਾਲ ਤਖਤ, ਜੋ ਉਹਨਾਂ ਦੀ ਇਸ ਵੇਲੇ ਪੋਲੀਟੀਕਲ ਡਿਸਪੈਂਸੇਸ਼ਨ ਹੈ,
ਸਾਰੇ ਦੇ ਸਾਰੇ ਇਕੱਠੇ ਨੇ। ਔਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੀ ਪੋਜੀਸ਼ਨ ਇਸ ਵੇਲੇ ਉਹੀ ਹੈ ਜਿਹੜੀ ਕਿ 1978 ਦੇ ਵਿੱਚ ਨਿਰੰਕਾਰੀਆਂ ਦੀ ਪੋਜੀਸ਼ਨ ਸੀ। ਧੱਕੇ ਦੇ ਨਾਲ ਇਹਨਾਂ ਨੂੰ ਦੂਸਰਿਆਂ ਨੂੰ ਮਨਾਓ ਔਰ ਡਰ ਦੇ ਕੇ ਲੋਕਾਂ ਨੂੰ ਮਾਰ ਕੁੱਟ ਕੇ। ਉਸ ਸਮੇਂ ਦੇ ਵਿੱਚ ਮੈਂ ਕਈ ਸਾਰੇ ਬੰਦਿਆਂ ਨੂੰ ਲੈ ਕੇ ਗੁਰਜੀਤ ਸਿੰਘ, ਸਤਿੰਦਰ ਸਿੰਘ ਗਿੱਲ ਵੀ 1978 ਦਾ ਗੱਲ ਯਾਦ ਕਰ ਰਹੇ, ਤੁਸੀਂ ਵੀ ਗੱਲ ਯਾਦ ਕਰ ਰਹੇ, ਕਿਉਂ? ਕਿਉਂਕਿ ਇਹ ਜਿਹੜਾ ਸਾਨੂੰ ਮੈਨੂੰ ਇਹ ਰਿਪੀਟ ਹੁੰਦਾ ਦਿਸ ਰਿਹਾ ਸਾਹਮਣੇ, ਇਸ ਕਰਕੇ ਇਹਦੀ ਗੱਲ ਕਰਨੀ ਪੈਂਦੀ ਹੈ। ਉਸ ਵੇਲੇ ਜਿਹੜਾ ਕੁਝ ਦੇਖਿਆ ਸੀ ਉਹ ਹੁਣ ਹੋਰ ਚੌਕਟਿਆਂ ਦੇ ਵਿੱਚ ਆ ਕੇ ਤੇ ਲੇਕਿਨ ਪਿਕਚਰ ਜਿਹੜੀ ਇਮਰਜ ਕਰਦੀ ਹੈ ਉਹੋ ਜੀ ਇਮਰਜ ਕਰ ਰਹੀ ਹੈ ਤੇ ਇਸ ਕਰਕੇ ਇਸ ਦੀ ਗੱਲ ਕਰਨੀ ਪੈਂਦੀ ਹੈ। ਦੇਖੋ, ਜਿਸ ਵੇਲੇ ਸੰਤ ਜਰਨੈਲ ਸਿੰਘ ਨੇ ਜਿਹੜੀ ਪੋਜੀਸ਼ਨ ਲਈ ਸੀ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਹੈ, ਉਹਨਾਂ ਦੇ ਸਾਰੇ ਸਪੀਚਸ ਸਾਡੇ ਕੋਲ ਅਵੇਲੇਬਲ ਹੋਣਗੇ ਔਰ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਜਿਹੜਾ ਅੱਜ ਪੋਜੀਸ਼ਨ ਹੈ ਸੰਤ ਢੱਡਰੀਆਂ ਵਾਲਾ, ਪੰਥ ਪ੍ਰੀਤ ਔਰ ਜਿਹੜੇ ਸਾਰੇ ਇਹ ਪ੍ਰਚਾਰਕ ਹੋਣਗੇ ਜਿਨ੍ਹਾਂ ਨੂੰ ਇਹ ਪੱਗਾਂ ਲਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਗਾਲਾਂ ਕੱਢਦੇ ਨੇ ਤੇ ਮਾਰਨ ਦੀਆਂ ਧਮਕੀਆਂ ਦਿੰਦੇ ਨੇ, ਇਹ ਲੋਕ ਉਹੀ ਪੋਜੀਸ਼ਨ ਲੈ ਕੇ ਖੜੇ ਹੋਏ ਆ। ਔਰ ਜਿਹੜਾ ਸੰਤ ਸਮਾਜ ਹੈ ਉਹ ਕਿਸੇ ਦੇ ਕਹਿਣ ਦੇ ਉੱਤੇ ਕਦੇ ਕੈਲੰਡਰ ਨੂੰ ਰੱਦ ਕਰਦਾ ਹੈ। ਕੋਈ ਸਾਂਝੀ ਧਿਰ ਹੈ ਜਾਂ ਨਹੀਂ ਹੈ? ਕੋਈ ਸਾਂਝੀ ਧਿਰ ਨਹੀਂ ਹੈ ਇਸ ਵੇਲੇ। ਫਿਰ ਫੈਸਲਾ ਨਹੀਂ ਹੋਊਗਾ? ਨਹੀਂ, ਫੈਸਲਾ ਹੋਏਗਾ। ਸਿਆਸਤ ਹੁੰਦੀ ਰਹੂਗੀ। ਸਾਂਝੀ ਧਿਰਾਂ ਸਥਾਪਿਤ ਕੀਤੀਆਂ ਜਾ ਸਕਦੀਆਂ ਜੇ ਸਾਨੂੰ ਲੋੜ ਹੈ। ਅਸੀਂ ਜੱਜ ਕੋਲੇ ਜਾਂਦੇ ਹਾਂ, ਕੋਈ ਫੈਸਲਾ ਲੈਂਦੇ ਹਾਂ ਉਹਦੇ ਕੋਲੋਂ। ਦੇਖੋ, ਦੋ ਗੱਲਾਂ ਹੁੰਦੀਆਂ। ਪਹਿਲੀ ਗੱਲ ਤੁਸੀਂ ਇਹ ਆਪਣੇ ਹੁੰਦੀ ਹੈ, ਪਹਿਲਾਂ ਮਸਲੇ ਦੱਸੋ ਵੀ ਕਿਹੜੇ ਕਿਹੜੇ ਹੈਗੇ, ਮਸਲਿਆਂ ਦਾ ਕਰਕੇ ਨਿਰੂਪਣ ਤੇ ਸਾਹਮਣੇ ਬਿਠਾ ਲਓ। ਤੁਹਾਡੇ ਵਰਗੇ ਰਿਕਾਰਡ ਕਰਨ ਵਾਲੇ ਹੁਣ ਦੁਨੀਆ ਲੋਕਾਂ ਦੇ ਸਾਹਮਣੇ ਰੱਖ ਦਿਓ, ਆਪੇ ਆਪ ਲੋਕ ਕਹਿ ਦੇਣਗੇ ਕਿਹੜਾ ਸੱਚਾ ਕਿਹੜਾ ਝੂਠਾ। ਲੜਨ ਦੀ ਕਿਹੜੀ ਲੋੜ ਹੈ? ਮੈਂ ਥੋੜਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਸਾਂਝੀ ਧਿਰ ਕਿਹੜੀ ਬਣ ਸਕਦੀ ਹੈ? ਕਿ ਸਵਾਲ ਇੱਥੇ ਆ ਕੇ ਰੁਕਿਆ ਹੈਗਾ, ਕਿਉਂਕਿ ਸਵਾਲ ਇਹ ਹੈਗਾ ਕੱਲੀ ਸਿਆਸੀ ਲਕੀਰ ਦੇ ਨਾਲ ਫੈਸਲੇ ਨਹੀਂ ਹੋਣੇ। ਜੇ ਪੰਥ ਤੇ ਪੋਲੀਟੀਕਲ ਪੈਚ ਆ ਰਹੇ ਹੈ ਕਿ ਇਹਦੇ ਵਿੱਚ ਪੰਥ ਦੀਆਂ ਕੀ ਕਮਜ਼ੋਰੀਆਂ ਹੈਗੀਆਂ, ਕਿਉਂ ਇਹ ਮੌਕਾ ਦਿੱਤਾ ਗਿਆ ਕਿ ਕੋਈ ਪੰਥਕ ਮਸਲਿਆਂ ਦੇ ਵਿੱਚ ਸਿਆਸਤ ਆ ਕੇ ਕੁੱਦ ਰਹੀ ਹੈ ਕਿ ਕਿਉਂਕਿ ਪੰਥਕ ਮਸਲਿਆਂ ਨੂੰ ਸਿਆਸਤ ਹੀ ਚਲਾ ਰਹੀ ਹੈ। ਸਵਾਲ ਇੱਥੇ ਆ ਕੇ ਰੁਕਦਾ ਹੈਗਾ ਤੇ ਇਸੇ ਸਵਾਲ ਤੇ ਬਹਿਸ ਕਰਨੀ ਹੈ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। ਪੰਥ ਨੂੰ ਏਕੇ ਵਾਲੇ ਰਾਹ ਦੇ ਲਿਆਉਣ ਦੇ ਦਾਅਵਿਆਂ 'ਚ ਅੜਿੱਕਾ ਕੀ ਹੈ? ਹਾਂਜੀ ਭੋਰ ਸਾਹਿਬ, ਤੁਸੀਂ ਆਪਣੀ ਗੱਲ ਪੂਰੀ ਕਰੋ ਪਹਿਲਾਂ। ਦੇਖੋ, ਜਿਹੜੀ ਆਰਿਆ ਰਜਿੰਦਰ ਖਾਲਸਾ ਤੁਹਾਡੇ ਕੋਲ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਬਈ ਸਾਂਝਾ ਬੰਦਾ ਕੌਣ ਹੋ, ਹੁਣ ਮੈਂ ਤੁਹਾਨੂੰ 2-3 ਇੰਸਟੈਂਸ ਦੱਸਦਾ। ਬਰਗਾੜੀ ਤੋਂ ਸ਼ੁਰੂ ਹੋ ਜਾਓ। ਜਦੋਂ ਬਰਗਾੜੀ ਕਾਂਡ ਹੋਇਆ ਉਸ ਵੇਲੇ ਵੀ ਦਿੱਲੀ ਕਮੇਟੀ ਦਾ ਬਿਆਨ ਦੇਖ ਲਓ, ਸ਼੍ਰੋਮਣੀ ਕਮੇਟੀ ਦਾ ਬਿਆਨ ਦੇਖ ਲਓ, ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਦੇਖ ਲਓ, ਸੇਮ ਟੋਨ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਢੱਡਰੀਆਂ ਵਾਲੇ ਦਾ ਬੰਦਾ ਮਰ ਗਿਆ, ਫਿਰ ਸੇਮ ਟੋਨ ਦੇ ਵਿੱਚ ਸੀ। ਹੁਣ ਆਹ ਧਮਕੀ ਆਈ ਆ, ਫਿਰ ਇੱਕੋ ਹੀ ਟੋਨ। ਜਦੋਂ ਮਰਜ਼ੀ ਕੱਢ ਕੇ ਦੇਖ ਲਓ, ਤੁਸੀਂ ਮੀਡੀਆ 'ਚ ਵਿਚਰਦੇ। ਜਦੋਂ ਪੰਥਕ ਸੰਸਥਾਵਾਂ ਤੇ ਬੈਠੇ ਲੋਕ ਕਿਸੇ ਧਿਰ ਦੀ ਪੱਖਪਾਤੀ ਕਰਨ ਲੱਗ ਪੈਣ, ਫਿਰ ਸਾਂਝੇ ਬੰਦੇ ਕਿੱਥੋਂ ਲਿਆਉਂਗੇ? ਸਾਂਝੇ ਬੰਦੇ ਤਾਂ ਹੀ ਬਣਦੇ ਹੁੰਦੇ ਨਾ ਜੇ ਇਹ ਪ੍ਰਭਾਵ। ਮੈਂ ਉਸ ਵੇਲੇ ਜਨਰਲ ਸੈਕਟਰੀ ਸੀ SGPC ਦਾ। ਜਿਸ ਦਿਨ ਢੱਡਰੀਆਂ ਵਾਲਿਆਂ ਦਾ ਭਾਈ ਭੁਪਿੰਦਰ ਸਿੰਘ ਚੜ੍ਹਾਈ ਕੀਤਾ, ਮੈਂ ਜਥੇਦਾਰ ਸਾਹਿਬ ਨੂੰ ਵੀ ਕਿਹਾ ਔਰ ਐਗਜ਼ੈਕਟਿਵ ਦੇ ਵਿੱਚ ਵੀ ਕਿਹਾ ਵੀ ਇਹ ਲੜਾਈ ਇੱਥੇ ਮੁੱਕਣੀ ਨਹੀਂ, ਇਹ ਲੜਾਈ ਦੀ ਸ਼ੁਰੂਆਤ ਹੈ, ਇਹਨੇ ਪਤਾ ਨਹੀਂ ਕਿੰਨੇ ਲੈਣੇ ਆ ਜੀ। ਤੇ ਤੁਸੀਂ ਇਹ ਗੱਲ ਕਹਿ ਰਹੇ ਹੋ? ਨਹੀਂ, ਮੇਰੀ ਬੇਨਤੀ ਸੁਣੋ। ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਸਾਂਝੇ ਬੰਦੇ ਹੈ ਨਹੀਂ ਪੰਥ ਕੋਲ? ਨਹੀਂ, ਮੇਰੀ ਬੇਨਤੀ ਸੁਣੋ। ਮੈਂ ਉਸ ਵੇਲੇ ਇਹ ਗੱਲ ਕਹੀ ਸੀ ਵੀ ਜਥੇਦਾਰ ਸਾਹਿਬ ਦਾ ਫਰਜ਼ ਬਣਦਾ ਉਹ ਦੋਨਾਂ ਧਿਰਾਂ ਨੂੰ ਬਿਠਾ ਲੈਣ, ਜਿਹੜੇ ਮਸਲੇ ਆ ਉਹਨਾਂ ਨੂੰ ਮਸਲਿਆਂ ਨੂੰ ਅੰਦਰ ਬੈਠ ਕੇ ਹੱਲ ਕਰਨ, ਪਰ ਉਹ ਨਹੀਂ ਕੀਤਾ ਗਿਆ। ਅੱਛਾ, ਹੋਇਆ ਕਿ ਉਸ ਵੇਲੇ ਵੀ ਇਹਨਾਂ ਬੰਦਿਆਂ ਨੇ ਫੁੱਲ ਸਿੱਟੇ ਨਾ ਤਰੀਕਾਂ ਭੁਗਤਣ ਵਾਲਿਆਂ ਤੇ ਜਿਹੜੇ ਅੱਜ ਧਮਕੀਆਂ ਦੇ ਰਹੇ ਆ। ਜੇ ਦਮਦਮੀ ਟਕਸਾਲ ਨੇ ਉਸ ਵੇਲੇ ਇਹੋ ਜਿਹੇ ਬੰਦਿਆਂ ਦਾ ਮੂੰਹ ਬੰਦ ਕੀਤਾ ਹੁੰਦਾ ਤੇ ਨਾ ਦਮਦਮੀ ਟਕਸਾਲ ਨੂੰ ਨਮੋਸ਼ੀ ਝੱਲਣੀ ਪੈਂਦੀ ਤੇ ਨਾ ਅੱਜ ਪੰਥ ਦੇ ਵਿੱਚ ਇਸ ਦੁਫੇੜ ਹੁੰਦੀ। ਹੁਣ ਵੀ ਦਮਦਮੀ ਟਕਸਾਲ ਨੇ ਜਿਹੜੇ ਉਹਨਾਂ ਦੇ ਸਾਰੇ ਪ੍ਰਬੰਧਕ ਹੈਗੇ ਆ ਬਾਬਾ ਹਰਨਾਮ ਸਿੰਘ ਦੇ ਸਮੇਤ, ਉਹਨਾਂ ਨੇ ਇਹ ਗੱਲ ਬਾਰ-ਬਾਰ ਮੀਡੀਆ 'ਚ ਕਹੀ ਆ ਵੀ ਸਾਡਾ ਇਸ ਬਿਆਨ ਦੇ ਨਾਲ, ਇਸ ਬੰਦੇ ਦੇ ਬਿਆਨ ਨਾਲ ਕੋਈ ਤਲਕ ਵਾਸਤਾ ਨਹੀਂ। ਜੇ ਉਸ ਵੇਲੇ ਰੋਕ ਦਿੱਤਾ ਜਾਂਦਾ, ਹੋਣ ਤੋਂ ਬਾਅਦ ਜਦੋਂ ਰੋਕਿਆ ਜਾਏਗਾ। ਅੱਛਾ, ਫਿਰ ਦੂਜੀ ਗੱਲ ਹੁਣ ਇਹ ਹੈ, ਹੁਣ ਹਰ ਇੱਕ ਧਿਰ ਇੱਦਾਂ ਬਣ ਗਈ ਆ, ਅਸਲ ਟਕਰਾਅ ਜਿਹੜਾ ਮਰਜ਼ਾਦਾ ਦਾ ਹੈ। ਸਿੱਖਾਂ ਦੇ ਕੋਲ ਇੱਕ ਚੀਜ਼ ਹੈ ਜਿਹੜੀ ਕਸੌਟੀ ਹੈ। ਜੇ ਕਿਸੇ ਸੋਨੇ ਦੀ ਨਕਲੀ ਅਸਲੀ ਦੀ ਪਰਖ ਕਰਨੀ ਹੋਵੇ ਨਾ ਤੇ ਉਹ ਕਸੌਟੀ ਦੇ ਉੱਤੇ ਲਾ ਕੇ ਕਰਦੇ ਆ ਵੀ ਰਗੜ ਕੇ ਦੇਖ ਲੈਂਦੇ ਉਹਨੂੰ ਵੀ ਕਿੰਨਾ ਕਿਸੇ ਸ਼ੁੱਧ ਹੈ ਤੇ ਕਿੰਨਾ ਕੁ ਅਸ਼ੁੱਧ ਹੈ। ਸਿੱਖਾਂ ਦੇ ਕੋਲ ਆਪਣੇ ਮਸਲਿਆਂ ਦਾ ਹੱਲ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਰਹਿਤ ਮਰਜ਼ਾਦਾ ਹੈ। ਜਦੋਂ ਕੋਈ ਪੰਥਕ ਦਫੇੜ ਪੈਂਦੀ ਆ ਤੇ ਜਥੇਦਾਰ ਸਾਹਿਬਾਨ ਜੇ ਕਿਸੇ ਨੂੰ ਤਨਖਾਹ ਲਾਉਂਦੇ ਆ ਜਾਂ ਕਿਸੇ ਨੂੰ ਪੰਥ ਚੋਂ ਖਾਰਜ ਕਰਦੇ ਆ,
ਉਹਨੂੰ ਆਧਾਰ ਉਹੀ ਕੋਡ ਆਫ ਕੰਡਕਟ ਮੰਨ ਕੇ ਕਰਦੇ ਠੀਕ ਆ। ਅੱਜ ਸਵਾਲ ਇਹ ਹੈ, ਮਰਿਆਦਾ ਕੀ ਕਹਿੰਦੀ ਹੈ? ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਵਿੱਚ ਇੰਟਰਵੀਨ ਆਪਣੇ ਆਪ ਕਰਨਾ ਚਾਹੀਦਾ ਸੀ? ਨਹੀਂ ਉਹਨਾਂ ਨੇ ਕੀਤਾ ਨਹੀਂ, ਨਾ ਕਰਨਾ, ਕਰਨਾ ਵੀ ਨਹੀਂ। ਨਹੀਂ ਕਰਨਾ ਵੀ ਨਹੀਂ ਉਹਨਾਂ ਨੇ। ਤੁਹਾਨੂੰ ਕਿਉਂ ਯਕੀਨ ਹੈ ਇੰਨਾ? ਉਹ ਇਸ ਕਰਕੇ ਨਹੀਂ ਕਰਨਾ ਕਿ ਜਿਹੜੇ ਬੰਦੇ ਇੱਕ ਧਿਰ ਨੂੰ ਡਰਾ ਧਮਕਾ ਰਹੇ ਆ, ਉਹ ਉਹਨਾਂ ਧਿਰਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਆ। ਕਦੀ ਉਹਨਾਂ ਨੇ ਬਾਬੇ ਢੱਡਰੀਆਂ ਵਾਲੇ ਦੇ ਨਾਲ ਵੀ ਸਟੇਜ ਸਾਂਝੀ ਕੀਤੀ ਹੈ, ਕਦੀ ਉਹਦਾ ਬੰਦਾ ਮਰਨ ਤੋਂ ਬਾਅਦ ਉਹਦੇ ਕੋਲ ਅਫਸੋਸ ਵੀ ਕਰਨ ਗਿਆ ਕੋਈ। ਠੀਕ ਹੈ, ਜੇ ਅਫਸੋਸ ਕਰਨ ਜਾਂਦੇ ਤਾਂ ਸ਼ਾਇਦ ਹਮਦਰਦੀ ਲੈ ਕੇ ਸਾਂਝੇ ਬਣ ਬਹੁਤ ਜਾਂਦੇ। ਅਹਿਮ ਸਵਾਲ ਹੈ। ਰਜਿੰਦਰ ਸਿੰਘ ਖਾਲਸਾ, ਤੁਸੀਂ ਇੱਕ ਪ੍ਰਚਾਰਕ ਦੇ ਤੌਰ ਤੇ ਵਿਚਰਦੇ ਹੋ, ਪ੍ਰਚਾਰਕ ਨੂੰ ਕਿਹੋ ਜਿਹੀਆਂ ਦਿੱਕਤਾਂ ਆਉਂਦੀਆਂ ਹੈਗੀਆਂ ਜਦੋਂ ਸੰਗਤ ਵਿੱਚ ਤੁਸੀਂ ਵਿਚਰਦੇ ਹੈਗੇ, ਜੋ ਤੁਸੀਂ ਉੱਥੇ ਪ੍ਰਚਾਰ ਕਰਦੇ ਹੋ, ਧਰਮ ਦਾ ਪ੍ਰਚਾਰ ਕਰਦੇ ਹੋ, ਉਹਨਾਂ ਨੂੰ ਦੱਸਦੇ ਹੋ? ਢੱਡਰੀਆਂ ਵਾਲੇ ਨੇ ਇਹੋ ਜਿਹਾ ਕੀ ਕੀਤਾ ਸੀਗਾ ਕਿ ਦਮਦਮੀ ਟਕਸਾਲ ਉਹਨਾਂ ਦਾ ਵਿਵਾਦ ਸ਼ੁਰੂ ਹੋ ਗਿਆ? ਮੈਂ ਥੋੜਾ ਪਿੱਛੇ ਤੁਹਾਡੇ ਤੋਂ ਜਾਣਨਾ ਚਾਹੂੰਗਾ। ਏਪੀ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਵਿਵਾਦ ਸ਼ੁਰੂ ਹੋਇਆ, ਕੁਝ ਸੰਗਤ ਵੱਲੋਂ ਉੱਥੇ ਜਿੱਥੇ ਉਹਨਾਂ ਨੇ ਜੋ ਵੀ ਵਿਚਾਰ ਦਿੱਤੇ, ਉੱਥੇ ਕੋਈ ਰਿਐਕਸ਼ਨ ਹੋਇਆ? ਨਹੀਂ ਹੋਇਆ। ਨਹੀਂ ਹੋਇਆ। ਸੰਗਤ ਨੇ ਉਹਨਾਂ ਦੀ ਵਿਚਾਰ ਨੂੰ ਪ੍ਰਵਾਨ ਕੀਤਾ। ਜੇ ਕਿਸੇ ਦੇ ਮਨ 'ਚ ਮਤਭੇਦ ਵੀ ਸੀ ਤੇ ਕੋਈ ਐਸਾ ਤਾਂ ਨਹੀਂ ਉਸਦੇ ਕਿਸੇ ਨੇ ਉੱਠ ਕੇ ਨਾਰੇ ਮਾਰਨੇ ਸ਼ੁਰੂ ਕਰ ਦਿੱਤੇ ਜਾਂ ਕਿਸੇ ਨੇ ਡਾਂਗਾ ਚੁੱਕ ਲਈਆਂ। ਡਾਂਗਾ ਕਿੰਨਾ ਲੋਕਾਂ ਨੇ ਚੁੱਕੀਆਂ ਜਿਹੜੇ ਆਪ ਤੇ ਉੱਥੇ ਹੈ ਨਹੀਂ ਸਨ, ਲੇਕਿਨ ਵਿਚਾਰਧਾਰਕ ਮਤਭੇਦ ਸਨ। ਹੁਣ ਮੈਂ ਦੋ ਚੀਜ਼ਾਂ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ, ਬੜੀਆਂ ਮਹੱਤਵਪੂਰਨ ਨੇ। ਵਿਚਾਰਧਾਰਕ ਮਤਭੇਦ ਕਿੱਥੇ ਨੇ? ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਬਾਰੇ ਇੱਕ ਪ੍ਰਚਲਿਤ ਚੱਲਿਆ ਆਉਂਦਾ, ਉਹਨੂੰ ਇਤਿਹਾਸ ਕਹਿ ਲਓ ਜਾਂ ਦੰਤ ਕਥਾ ਕਹਿ ਲਓ, ਕਿ ਗੁਰਗੱਦੀ ਮਿਲਣ ਤੋਂ ਪਹਿਲਾਂ ਉਹ 22 ਸਾਲ ਇੱਕ ਭੌਰੇ 'ਚ ਬਹਿ ਕੇ ਤਪੱਸਿਆ ਕਰਦੇ ਰਹੇ। ਹੁਣ ਸਾਡੀ ਕੌਮ ਦੇ ਇੱਕ ਵਿਦਵਾਨ ਹੋਏ ਨੇ ਭਾਈ ਮਹਿੰਦਰ ਸਿੰਘ ਜੋਸ਼, ਉਹਨਾਂ ਨੇ ਇੱਕ ਕਿਤਾਬ ਲਿਖੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਤੇ, ਔਰ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਸੀ, ਹੁਣ ਤੇ ਸਵਰਗਵਾਸੀ ਨੇ। ਮੈਨੂੰ ਪਤਾ ਉਹਨਾਂ ਨੇ ਕਿੰਨੀ ਮਿਹਨਤ ਕੀਤੀ। ਉਹਨਾਂ ਨੇ ਖੋਜ ਕੀਤੀ ਕਿ ਉਸ 22 ਸਾਲ ਦੇ ਸਮੇਂ ਦੇ ਵਿੱਚ ਉਹ ਕਿੱਥੇ ਕਿੱਥੇ ਗਏ, ਕੀ ਉਹਨਾਂ ਨੇ ਕੰਮ ਕੀਤੇ, ਕਿਵੇਂ ਅਸਾਮ ਸਾਈਡ ਤੇ ਜਾ ਕੇ ਉੱਥੇ ਦੇ ਰਾਜਿਆਂ ਦੀ ਆਪਸ 'ਚ ਸੁਲ੍ਹਾ ਕਰਾਈ, ਕਿੱਥੇ ਕਿੱਥੇ ਉਹਨਾਂ ਨੇ ਗੁਰਮਤਿ ਪ੍ਰਚਾਰ ਕੀਤਾ। ਹੁਣ ਜਿਸ ਵੇਲੇ ਢੱਡਰੀਆਂ ਵਾਲੇ ਨੇ ਉਹ ਗੱਲ ਸੰਗਤ ਦੇ ਵਿੱਚ ਕਹੀ, ਤੇ ਇਹ ਜਿਹੜਾ ਦਮਦਮੀ ਟਕਸਾਲ ਵਾਲੇ ਪਹਿਲੇ ਉਸ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਨੇ ਕਿ ਉਹ 22 ਸਾਲ ਭੋਰੇ 'ਚ ਰਹੇ, ਉਹ ਜੋਸ਼ 'ਚ ਆ ਗਏ। ਭਾਈ ਗੱਲ ਤੁਸੀਂ ਵੀ ਸੰਗਤ 'ਚ ਕਹਿ ਰਹੇ ਹੋ, ਭਾਈ ਢੱਡਰੀਆਂ ਵਾਲਾ ਵੀ ਸੰਗਤ 'ਚ ਕਹਿ ਰਿਹਾ ਹੈ, ਸੰਗਤ ਨਿਰਣਾ ਕਰ ਲੇਗੀ ਕੌਣ ਠੀਕ ਹੈ। ਤੁਸੀਂ ਇਹ ਕਹਿ ਰਹੇ ਹੋ ਵਿਚਾਰਧਾਰਾ ਵਿੱਚ, ਤੁਸੀਂ ਇਹ ਕਹਿ ਰਹੇ ਹੋ ਵਿਚਾਰਧਾਰਾ ਵਿੱਚ ਵੀ ਫਰਕ ਹੈ ਤੇ ਮਰਿਆਦਾ 'ਚ ਵੀ ਫਰਕ ਹੈ, ਦੋਨਾਂ ਦੀ ਮਰਿਆਦਾ ਤੇ ਦੇਖੋ ਗੱਲ, ਕਿਉਂਕਿ ਢੱਡਰੀਆਂ ਵਾਲੇ ਗੱਲ ਕਹਿ ਰਹੇ ਆ ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਮਰਿਆਦਾ ਹੈਗੀ ਸਿੱਖ ਰਿਆਤ ਮਰਿਆਦਾ, ਉਹਦੇ ਅਨੁਸਾਰ ਕੰਮ ਕਰ ਰਹੇ ਆ। ਦੇਖੋ ਜਿਹੜਾ ਆ ਪ੍ਰਚਾਰ ਦੀਆਂ ਗੱਲਾਂ ਨੇ, ਇਤਿਹਾਸ ਦੀਆਂ ਗੱਲਾਂ ਨੇ, ਇਹ ਮਰਿਆਦਾ 'ਚ ਨਹੀਂ ਲਿਖੀਆਂ ਹੋਈਆਂ, ਲੇਕਿਨ ਮਰਿਆਦਾ 'ਚ ਇੱਕ ਗੱਲ ਤੇ ਹੈ ਨਾ, ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਜੇ ਕਿ ਤੁਹਾਡੇ ਵਿੱਚ ਮਤਭੇਦ ਹੈ ਤੇ ਸਫਾ ਵਿਛਾ ਕੇ ਬੈਠੋ ਤੇ ਆਪਸ ਦੇ ਵਿੱਚ ਵਿਚਾਰ ਕਰੋ, ਉਹਦੇ ਵਿੱਚ ਡਾਂਗਾ ਲਈ ਜਗ੍ਹਾ ਹੀ ਕੋਈ ਨਹੀਂ, ਕੋਈ ਜਗ੍ਹਾ ਸਥਾਨ ਹੀ ਨਹੀਂ। ਤੁਹਾਨੂੰ ਲੱਗਦਾ ਕੋਈ ਸਾਂਝੀ ਧਿਰ ਹੈਗੀ ਹੈ? ਸਾਂਝੀ ਧਿਰ ਹੈਗੀ ਹੈ ਕੋਈ ਜਿਹੜੀ ਗੱਲ ਕਰਾਊਗੀ? ਦੇਖੋ ਜਿਹੜੇ ਤਾਂ ਧਿਰਾਂ ਕਹਿ ਰਹੀਆਂ ਨੇ, ਸੁਲਹ ਸਫਾਈ ਦੀ ਗੱਲ ਕਰ ਰਹੀਆਂ ਨੇ, ਉਹ ਤੇ ਆਪ ਧਿਰ ਨੇ, ਇਸ ਲਈ ਉਹਨਾਂ ਕੋਲੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ, ਕੋਈ ਆਸ ਨਹੀਂ ਕੀਤੀ। ਲੇਕਿਨ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ, ਇੱਥੇ ਭਾਵੇਂ ਪੰਜਾਬ ਸਰਕਾਰ ਹੈ, ਕਾਂਗਰਸ ਹੈ, ਤੇ ਭਾਵੇਂ ਅਕਾਲੀ ਦਲ ਹੈ, ਇਹ ਵੀ ਵੋਟਾਂ ਦੀ ਰਾਜਨੀਤੀ ਖੇਡ ਰਹੇ ਨੇ। ਠੀਕ ਹੈ। ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਕਿ ਲਾਅ ਐਂਡ ਆਰਡਰ ਮੇਨਟੇਨ ਕਰਾਂਗੇ, ਮੈਂ ਉਹਦੀ ਤਾਰੀਫ ਕਰਦਾ, ਸ਼ਲਾਘਾ ਕਰਦਾ, ਚੰਗੀ ਗੱਲ ਹੈ, ਸਰਕਾਰ ਦਾ ਫਰਜ਼ ਬਣਦਾ ਹੈ। ਲੇਕਿਨ ਕੀ ਕਿਸੇ ਨੂੰ ਧਮਕੀ ਦੇਣਾ ਕਿ 6 ਗੋਲੀਆਂ ਵੱਖੀ ਚੋਂ ਕੱਢ ਦੇਾਂਗੇ, ਇਹ ਗੈਰ ਕਾਨੂੰਨੀ ਨਹੀਂ? ਉਹਨਾਂ ਲੋਕਾਂ ਦੇ ਖਿਲਾਫ ਕੀ ਕਾਰਵਾਈ ਹੋਈ? ਠੀਕ ਹੈ। ਸਿੰਦਰ ਸਿੰਘ ਗਿੱਲ, ਸਿਰਫ ਬਿਆਨ ਦੇ ਦੇਣਾ, ਕਾਰਵਾਈ ਨਾ ਕਰਨਾ, ਠੀਕ ਹੈ, ਇਹ ਕੀ ਮੈਸੇਜ ਦਿੰਦਾ? ਸਿੰਦਰ ਸਿੰਘ ਗਿੱਲ, ਤੁਹਾਡੇ ਕਿਸੇ ਵਰਕਰ ਤੇ ਕੋਈ ਵੀ ਕਹਿ ਢਾਇਆ ਜਾਂਦਾ, ਤੁਸੀਂ 1 ਮਿੰਟ 'ਚ ਧਰਨੇ ਲਾ ਕੇ ਬਹਿ ਜਾਂਦੇ ਹੋ, ਇੱਥੇ ਐਡੀ ਵੱਡੀ ਧਮਕੀ ਦਿੱਤੀ ਗਈ ਹੈ, ਤੁਸੀਂ ਕੋਈ ਰਿਐਕਟ ਕੀਤਾ ਕਿ ਤੁਹਾਨੂੰ ਲੱਗਦੀ ਨਹੀਂ ਇਹ ਧਮਕੀ? ਨਹੀਂ, ਇਦਾਂ ਨਹੀਂ ਹੈਗਾ। ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਵਿੰਗ ਹੈ ਤੇ ਕਾਂਗਰਸ ਵੀ ਪੋਲੀਟੀਕਲ ਪਾਰਟੀ ਹੈ ਤੇ ਸੱਤਾ 'ਚ। ਹੁਣ ਜੇ ਦੋ ਪ੍ਰਚਾਰਕਾਂ ਦਾ ਜਾਂ ਦੋ ਜਿਹੜੇ ਸੰਸਥਾਨ ਨੇ, ਜੇ ਇਹਨਾਂ ਦਾ ਕਿਸੇ ਇਸ਼ੂ ਤੇ ਕਲੈਸ਼ ਹੋ ਰਿਹਾ, ਇਹਦੇ ਤੁਸੀਂ ਕਹੋ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਪਾਰਟੀ ਬਣ ਜਾਏ, ਹੋਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਨਾਲ ਤੇ ਅਸੀਂ ਪਾਰਟੀ ਬਣ ਜਾਵਾਂਗੇ ਵਿੱਚ, ਉਹਦਾ ਕੀ ਫਾਇਦਾ ਹੋਊਗਾ ਜੀ? ਪਾਰਟੀ ਬਣਾ ਕੇ ਕੀ ਤੁਹਾਨੂੰ ਫਾਇਦਾ ਹੋ ਜਾਊਗਾ? ਬੜਾ ਅਜੀਬ ਤਰਕ ਦਿੱਤਾ ਇਹਦਾ ਤੇ
ਬੜਾ ਅਜੀਬ ਤਰਕ ਪਾਰਟੀ ਤੇ ਬਣਾਂਗੇ ਨਾ ਜੀ, ਫਿਰ ਇੱਕ ਪਾਸੇ ਹੋਵਾਂਗੇ, ਇੱਕ ਦੇ against ਤੁਸੀਂ ਜਾਵਾਂਗੇ ਇਹਦੇ ਖਿਲਾਫ ਕੋਈ ਆਵਾਜ਼ ਨਹੀਂ ਚੁੱਕਣਾ ਚਾਹੁੰਦੇ? ਇਹਦੇ ਤੁਸੀਂ ਇਸ ਨੂੰ ਸਪੋਰਟ ਕਰ ਰਹੇ ਹੋ? ਪਾਰਟੀ ਪ੍ਰਧਾਨ ਉਹਨਾਂ ਨੇ ਵੀ ਬਿਆਨ ਦਿੱਤਾ ਹੈ, ਉਹਨਾਂ ਦੇ ਵੀ ਕੋਈ ਹੈ ਵੀ ਇਹਦੇ ਵਿੱਚ ਜੋ ਪੌਰ ਸਾਹਿਬ ਨੇ ਵੀ ਗੱਲ ਕੀਤੀ ਵੀ ਅਕਾਲ ਤਖਤ ਸਾਹਿਬ ਇੱਕੋ ਹੀ ਸਿੱਖਾਂ ਦੀ ਪਾਰਲੀਮੈਂਟ ਹੈ ਜਿੱਥੇ ਜਾ ਕੇ ਇਹਦਾ ਹੱਲ ਨਿਕਲਣਾ ਤੇ ਉਹਦੇ 'ਚ ਜਾਣਾ ਚਾਹੀਦਾ ਇਹਨਾਂ ਨੂੰ ਸਾਰਿਆਂ ਨੂੰ। ਬੇਨਤੀ ਸਾਡੀ ਵੀ ਇਹੀ ਹੈ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਹੀ ਹੈ ਵੀ ਅਕਾਲ ਤਖਤ ਸਾਹਿਬ ਜਾ ਕੇ ਕੋਈ ਵੀ ਬੰਦਾ ਵਿੱਚ ਮੀਡੀਏਟਰ ਹੋ ਜਾਏ, ਇਹਨਾਂ ਦੀ ਆਪਸ 'ਚ ਸੁਲ੍ਹਾ ਹੋ ਜਾਏ, ਨਹੀਂ ਤੇ ਇਹ ਕਲੈਸ਼ ਵਧਣਾ ਜਾਂ ਨੁਕਸਾਨ ਹੋਣਾ। ਅੱਗੇ ਲੋਕਾਂ ਦੇ ਮਨਾਂ ਦੇ ਬੜਾ ਅਜੀਬ ਵਿੱਚ ਤਰਕ ਹੈ, ਡਰ ਬੈਠਾ ਹੋਇਆ ਜਿਹੜਾ ਆਲਰੇਡੀ 1972 ਚ ਹੋਇਆ। ਠੀਕ ਹੈ ਤਾਰਾ ਸੰਧੂ, ਤੁਹਾਡੇ ਇਸ ਕਦਮ ਦਾ ਸਵਾਗਤ ਕੀਤਾ ਗਿਆ, ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕੀਤੀ ਹੈਗੀ ਹੈ, ਪਰ ਤੁਸੀਂ ਕਾਰਵਾਈ ਕੀ ਕੀਤੀ? ਫਿਰ ਸਵਾਲ ਤੁਹਾਡੇ ਤੇ ਆ ਕੇ ਰੁਕਦਾ ਹੈਗਾ, ਤੁਸੀਂ ਸਿਰਫ ਸਿਆਸੀ ਵੋਟਾਂ ਲੈਣ ਖਾਤਰ ਸਾਰਾ ਕੁਝ ਕਰ ਰਹੇ ਹੋ। ਰਜਿੰਦਰ ਖਾਲਸਾ ਨੇ ਤੁਹਾਡੇ ਤੇ ਇਲਜ਼ਾਮ ਲਾਇਆ, ਜਵਾਬ ਦਿਓ। ਦੇਖੋ ਜੀ, ਇਹਦੇ ਚ ਵੋਟਾਂ ਦਾ ਤਾਂ ਹੁੰਦਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕੀ ਕਿਹਾ ਮੁੱਖ ਮੰਤਰੀ ਦੇ ਬਿਆਨ ਤੇ ਜੀ, ਉਹਨਾਂ ਨੂੰ ਸਾਡੇ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦੇਣਾ ਚਾਹੀਦਾ। ਮੈਂ ਇਹ ਕਹਿਣਾ ਕਿ ਕਾਂਗਰਸ ਪਾਰਟੀ ਜਾਂ ਪੰਜਾਬ ਸਰਕਾਰ ਆਪਣੇ ਆਪ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਤੱਕ ਸੀਮਿਤ ਰੱਖਣਾ ਚਾਹੁੰਦੀ ਹੈ, ਇਹਨਾਂ ਦੇ ਮਸਲਿਆਂ 'ਚ ਦਖਲ ਨਹੀਂ ਦਿੰਦੇ। ਪਰ ਮੈਂ ਇਹ ਪੁੱਛਣਾ ਜ਼ਰੂਰ ਚਾਹੁੰਦਾ ਵੀ ਜੇ ਸੁੱਚਾ ਸਿੰਘ ਲੰਗਾਹ ਦੀ ਘਟਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨੂੰ ਪੰਥ ਤੋਂ ਛੇਕਿਆ, ਉੱਥੇ ਇੱਥੇ ਤੇ ਕੀਤਾ ਜਾ ਸਕਦਾ, ਚੱਡੇ ਵੇਰੀ ਕੀਤਾ ਜਾ ਸਕਦਾ, ਹੋਰ ਚੀਜ਼ਾਂ ਵੀ ਕੀਤਾ ਜਾ ਸਕਦਾ। ਅਸਲ ਗੱਲ ਕੀ ਹੈ ਇਹਦੇ ਪਿੱਛੇ ਕਿ ਢੰਡਰੀਆਂ ਵਾਲਾ ਤੇ ਉਹਦੇ ਨਾਲ ਦੇ ਸਾਥੀਆਂ ਨੇ ਬਰਗਾੜੀ ਜਿਹੜਾ ਕਾਂਡ ਹੈ ਉਹਦੇ ਵਿੱਚ ਬਹੁਤ ਨਿਰਣਈ ਰੋਲ ਅਦਾ ਕੀਤਾ, ਲੋਕਾਂ ਦੀ ਰੋਸ ਦੀ ਅਗਵਾਈ ਕਰਦਿਆਂ। ਉਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਇਹਦੀ ਲੀਡਰਸ਼ਿਪ ਇਹਦੇ ਮਗਰ ਪਈ ਹੋਈ ਆ। ਤੁਸੀਂ ਹੁਣ ਵੀ ਮੈਂ ਤੁਸੀਂ ਸਵਾ ਸਾਲ ਹੋ ਗਿਆ ਜੀ, ਤੁਸੀਂ ਕਿਤੇ ਬੈਕਡੋਰ ਸਪੋਰਟ ਤਾਂ ਸਵਾ ਨਹੀਂ ਸਾਲ ਕਰ ਸਰਕਾਰ ਰਹੇ? ਪਾਇਆ ਵੀ ਹੋ ਬੈਕਡੋਰ ਗਿਆ। ਨਹੀਂ, ਅਸੀਂ ਤਾਂ Front ਤੇ ਕਰ ਰਹੇ। ਮੈਂ ਤਾਂ ਇਹ ਕਹਿਣਾ ਕਿ ਜੇ ਸੁੱਚਾ ਸਿੰਘ ਲੰਗਾਹ ਉਹ ਲਈ ਸੁੱਚਾ ਸਿੰਘ ਲੰਗਾਹ ਦਾ episode ਹੀ ਹੋਰ ਹੈ ਜੀ, ਉਹਨੂੰ ਜਾਂ ਕਿੱਦਾਂ compare ਕਰ ਰਹੇ ਹੋ? ਰਾਮ ਰਹੀਮ ਦਾ ਕੀਤਾ ਜਾ ਸਕਦਾ ਹੈ, ਕਿੱਦਾਂ ਤੇ compare ਇਹਦੇ ਕਰ ਲਈ ਸਕਦੇ ਹੋ? ਸ਼੍ਰੀ ਅਕਾਲ ਤਖਤ ਗੁਰਦੇਵ ਸਿੰਘ ਜੀ, ਜਥੇਦਾਰ ਕਿਉਂ ਬ੍ਰੇਕ ਨਹੀਂ, ਬ੍ਰੇਕ ਤੋਂ ਪਹਿਲਾਂ ਦੋਨਾਂ ਧਿਰਾਂ ਇਹ ਪੂਰੇ ਮਾਮਲੇ ਵਿੱਚ ਸਿਆਸਤ ਆਪਣਾ ਰਾਹ ਲੱਭ ਰਹੀ ਹੈ ਕੋਈ? ਇਹ ਮਾਮਲਾ ਸਾਰੇ ਦਾ ਸਾਰਾ ਸਿਆਸੀਕਰਨ ਇਸ ਦਾ ਹੋ ਚੁੱਕਿਆ ਹੈ। ਹੁਣ ਗੱਲ ਇਹ ਹੈਗੀ ਕਿ ਜੇ ਤੁਸੀਂ ਇਸ ਮਸਲੇ ਨੂੰ ਹੱਲ ਕਰਨਾ ਹੈ ਤਾਂ ਤੁਹਾਡੇ ਕੋਲੇ ਸਿੱਧੇ ਹੱਲ ਹਨਗੇ ਇਸ ਮਸਲੇ ਦੇ। ਜਦੋਂ ਤੱਕ ਸੰਤ ਢੱਡਰੀਆਂ ਵਾਲਾ ਸੰਤ ਬਣਿਆ ਰਿਹਾ ਉਦੋਂ ਤੱਕ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਸੀ। ਜਦੋਂ ਉਸਨੇ ਇਹ ਆਪਣਾ ਚੋਲਾ ਤਿਆਗਤਾ ਤੇ ਭਾਈ ਬਣ ਕੇ ਗੁਰੂ ਗ੍ਰੰਥ ਸਾਹਿਬ ਦਾ ਨਿਰੋਲ ਪ੍ਰਚਾਰ ਕਰਨ ਲੱਗਿਆ, ਗੁਰਬਾਣੀ ਦਾ ਪ੍ਰਚਾਰ ਕਰਨ ਲੱਗਿਆ, ਉਦੋਂ ਦਾ ਉਸ ਦੇ ਉੱਤੇ ਸਾਰੀਆਂ ਮੁਸੀਬਤਾਂ ਝੁੱਲ ਰਹੀਆਂ ਹਨ। ਹੁਣ ਸਾਰੇ ਦਾ ਸਾਰਾ ਜਿਹੜਾ ਜਾਗਰੂਕ ਪੰਥ ਦਾ ਹਿੱਸਾ ਹੈ ਉਹ ਉਸ ਦੇ ਨਾਲ ਖੜਾ ਹੈ, ਉਸ ਦੇ ਪ੍ਰਚਾਰ ਨੂੰ ਠੀਕ ਸਮਝਦਾ ਹੈ। ਇਧਰਲੇ ਪਾਸੇ ਉਸ ਨੂੰ ਅਪੋਜ਼ ਕਰਨ ਵਾਸਤੇ ਉਹ ਸਾਰੇ ਖੜੇ ਨੇ ਜਿਹੜੇ ਕਹਿੰਦੇ ਨੇ ਕਿ ਜੀ ਇਹ ਜੋ ਚਲਿਆ ਆ ਰਿਹਾ ਹੈ ਸਦੀਆਂ ਤੋਂ ਜੋ ਮਨੌਤਾਂ ਹਨ ਉਹਨਾਂ ਨੂੰ ਮੰਨਦੇ ਜਾਓ। ਹੁਣ ਇਹ ਜਿਹੜੀਆਂ ਮਨੌਤਾਂ ਹੁੰਦੀਆਂ ਹਨ, ਪਰੰਪਰਾ ਹੁੰਦੀਆਂ ਹਨ, ਇਹਨਾਂ ਦਾ ਸਿਧਾਂਤ ਦੇ ਸਾਹਮਣੇ ਕੋਈ ਵੈਲਿਊ ਨਹੀਂ ਹੁੰਦਾ। ਸਿਧਾਂਤ ਗੁਰਬਾਣੀ ਨੇ ਦੱਸਣਾ ਹੈ, ਗੁਰੂ ਗ੍ਰੰਥ ਸਾਹਿਬ ਨੇ ਦੱਸਣਾ। ਉਹ ਤਾਂ ਇੱਥੋਂ ਤੱਕ ਕਹਿ ਚੁੱਕੇ ਨੇ ਦੂਸਰੇ ਤਾਂ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਵੀ ਇੱਕ ਅਸੀਂ ਬਰਾਬਰ ਦੇ ਉੱਤੇ ਪ੍ਰਕਾਸ਼ ਟਕਸਾਲ ਦੇ ਵਿੱਚ ਕਰੀ ਜਾਂਦੇ ਨੇ ਕਿਸੇ ਹੋਰ ਗ੍ਰੰਥ ਦਾ। ਸੋ ਇਸ ਤਰ੍ਹਾਂ ਦਾ ਜਿਹੜਾ ਰੌਲਾ ਕਚੌਲਾ ਹੈ ਇਸ ਦੇ ਵਿੱਚ ਬੜੇ ਤਗੜੇ ਹੋ ਕੇ ਕਈ ਲੋਕਾਂ ਨੂੰ ਆਪਾਂ ਲੋਕ ਸਾਰੇ ਜਿਹੜੇ ਨੀਮ ਨਿਰਪੱਖ ਸਮਝ ਲਓ ਉਹ ਲੋਕ ਚੁਣ ਸਕਦੇ ਆ ਜੀ ਆ ਫਲਾਣੇ ਆਦਮੀ ਦੇ ਕੋਲ ਪੇਸ਼ ਹੋਣਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਪੁੱਛੂੰਗਾ ਕਿਹੜੇ ਨਿਰਪੱਖ ਲੋਕ ਆ ਜਿਹੜੇ ਚੁਣੇ ਜਾ ਸਕਦੇ ਆ, ਕਿਹੜੇ ਪੰਥ ਨੂੰ ਪ੍ਰਵਾਨ ਹੋਣਗੇ ਦੋਨੋਂ ਧਿਰਾਂ ਨੂੰ ਜਿਹੜੇ ਆਪਸ ਵਿੱਚ ਬੈਠ ਕੇ ਇਹਨਾਂ ਦੀ ਗੱਲਬਾਤ ਕਰਾ ਸਕਦੇ ਹੈਗੇ, ਕਿਉਂਕਿ ਅਸੀਂ ਇਸ ਮੰਚ ਤੋਂ ਵਾਰ-ਵਾਰ ਇਹ ਅਪੀਲ ਕਰਦੇ ਹਾਂ ਕਿ ਰੋਲਾ ਨਾ ਪਵੇ, ਪੰਥ ਦੇ ਵਿੱਚ ਏਕੇ ਵਾਲੀ ਸਥਿਤੀ ਹੈ ਜਿਹੜੀ ਉਹ ਪੈਦਾ ਹੋਵੇ, ਵਿਵਾਦ ਵਾਲੀ ਸਥਿਤੀ ਹੈ, ਟਕਰਾਅ ਵਾਲੀ ਸਥਿਤੀ ਹੈ ਜਿਹੜੀ ਉਸ ਤੋਂ ਦੂਰ ਜਾਇਆ ਜਾਵੇ। ਕਿਵੇਂ ਨਾ ਕਿਵੇਂ ਇਹ ਸਾਰੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਵਾਲ ਹੋਰ ਵੀ ਹੋਣਗੇ। ਪੰਥ ਨੂੰ ਏਕੇ ਵਾਲੇ ਰਾਹ ਤੇ ਲਿਆਉਣ ਦੇ ਦਾਅਵਿਆਂ 'ਚ ਅੜਿੱਕਾ ਕੀ ਹੈਗਾ, ਇਸੇ ਸਵਾਲ ਤੇ ਅਸੀਂ ਚਰਚਾ ਕਰ ਰਹੇ ਹਾਂ। ਖਾਸ ਪੈਨਲ ਸਾਡਾ ਮੌਜੂਦ ਹੈਗਾ ਤੇ ਹੁਣ ਗੁਰਨਾਮ ਸਿੰਘ ਜਿਹੜੇ ਸਪੋਰਟਰ ਨੇ ਦਮਦਮੀ ਟਕਸਾਲ ਦੇ, ਉਹ ਸਾਡੇ ਨਾਲ ਇੱਥੇ ਪਹੁੰਚ ਕੇ ਨੇ। ਗੁਰਨਾਮ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਗੁਰਨਾਮ ਸਿੰਘ ਜੀ, ਹੁਣ ਤੱਕ ਜਿਹੜੀ ਚਰਚਾ ਹੋਈ ਹੈ ਸਾਰੀ, ਮੈਂ ਉਸ ਚਰਚਾ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਤੋਂ ਜ਼ਰੂਰ ਇੱਕ ਟੇਕ ਲੈਣਾ ਚਾਹੂੰਗਾ। ਇੱਥੇ ਚਰਚਾ ਇਹ ਹੋਈ ਹੈ ਕਿ ਕੋਈ ਸਾਂਝੀ ਧਿਰ ਹੈ ਜਿਹੜੀ ਉਹ ਦੋਨਾਂ ਵਿੱਚ ਸਮਝੌਤਾ ਕਰਾ ਸਕਦੀ ਹੈਗੀ ਹੈ। ਤੁਹਾਨੂੰ ਕਿਹੜੇ ਬੰਦੇ ਪਸੰਦ ਆ ਪੰਥ ਦੇ ਜਿਹੜੇ ਤੁਹਾਡੇ ਵਿੱਚ ਸਮਝੌਤਾ ਕਰਾ ਦੇਣ, ਜਾਂ ਧਮਕੀਆਂ ਵਾਲੇ ਦੀ ਚੱਲੋਗੇ ਤੁਸੀਂ? ਵੇਖੋ, ਸਿੱਖ ਹਮੇਸ਼ਾ ਸਵੇਰੇ ਸ਼ਾਮ ਅਰਦਾਸ ਕਰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਢੱਡਰਿਆਂ ਵੀ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ, ਟਕਸਾਲ ਵੀ ਪ੍ਰਚਾਰ ਕਰਦੀ ਹੈ, ਫਿਰ ਲੜਾਈ ਕਾਹਦੀ? ਹਉਮੈ ਛੱਡਣੀ ਚਾਹੀਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਇਦੋਂ ਵੱਡਾ ਸਥਾਨ ਸਾਡੇ ਕੋਲ ਹੋਰ ਹੋ ਨਹੀਂ ਸਕਦਾ। ਉਹ ਸੱਚ ਤੋਂ ਸੱਚ, ਝੂਠ ਤੋਂ ਝੂਠ ਨਿਤਾਰੇ। ਜੇ ਇਹਦੀ ਗਲਤੀ ਇਹਨੂੰ ਕਵੇ, ਜੇ ਉਹਨਾਂ ਦੀ ਗਲਤੀ ਉਹਨੂੰ ਕਵੇ,
ਇਹ ਸਮਾਂ ਲੜਾਈ ਦਾ ਨਹੀਂ ਹੈ। ਸਾਡੀਆਂ ਕੁੜੀਆਂ ਤੱਕ ਨਸ਼ਿਆਂ ਲੱਗ ਗਈਆਂ ਹੈ, ਨੌਜਵਾਨ ਤਾਂ ਲੱਗੇ ਹੀ ਹੈ। ਤੁਹਾਨੂੰ ਨਿੱਜੀ ਤੌਰ ਕੌਮ ਨੂੰ ਸੰਭਾਲਣ ਦੀ ਲੋੜ ਹੈ। ਨਿੱਜੀ ਤੌਰ ਤੇ ਜੱਸੋਵਾਲ ਦਾ ਕੋਈ ਕਸੂਰ ਨਹੀਂ ਲੱਗਦਾ? ਵੇਖੋ ਹਰ ਗਲਤੀ ਹਰ ਇੱਕ ਬੰਦੇ ਤੋਂ ਹੁੰਦੀ, ਕੀ ਤੋਂ ਨਹੀਂ ਹੁੰਦੀ, ਕਿਹੜਾ ਪਰਮੇਸ਼ਰ ਹੈ ਜਿਹੜਾ ਗਲਤੀ ਨਹੀਂ ਕਰਦਾ। ਹੁਣ ਕਿਹੜੀ ਗਲਤੀ ਹੋਈ ਹੈ? ਹੁਣ ਕਿਹੜੀ ਗਲਤੀ ਹੋਈ ਹੈ? ਸਵਾਲ ਹੋਣ ਵਾਲਾ ਹੈ। ਵੇਖੋ ਸਵਾਲ ਹੋਣ ਵਾਲਾ ਹੈ। ਚਰਨਜੀਤ ਤੁਸੀਂ ਸਿੰਘ- ਪਿੱਛੇ ਚਲੇ ਗਏ ਹੋ। ਚਰਨਜੀਤ ਗੁਰਨਾਮ ਸਿੰਘ ਜੀ, ਸਵਾਲ ਬੜਾ ਸਧਾਰਨ ਹੈਗਾ। ਤੁਸੀਂ ਕਹਿ ਰਹੇ ਹੋ ਕਿ ਜੇ ਉਹਨਾਂ ਦੀ ਗਲਤੀ ਹੈ, ਉਹਨਾਂ ਦੀ ਗਲਤੀ ਹੈ, ਜਾ ਕੇ ਉੱਥੇ ਮਸਲਾ ਹੱਲ ਹੋ ਜਾਊਗਾ। ਉਹ ਸਾਰਿਆਂ ਨੂੰ ਦਿਖਦਾ ਪਿਆ ਹੈਗਾ, ਪਰ ਤੁਸੀਂ ਉਸ ਦੀ ਨਿਖੇਧੀ ਵੀ ਨਹੀਂ ਕਰਦੇ ਪਏ। ਕਿਉਂ ਨਹੀਂ ਕਰਦੇ ਪਏ? ਗਲਤੀਆਂ ਦੋਹਾਂ ਤਰ੍ਹਾਂ ਤੋਂ ਹੋਈਆਂ, ਗਲਤੀਆਂ ਉਹ ਤੋਂ ਵੀ ਹੋਈਆਂ ਹੈ। ਉਹ ਵੀ ਬੜਾ ਕੁਝ ਬੋਲਦਾ ਹੈ, ਗਲਤ ਬੋਲਦਾ ਹੈ, ਹਾਂ। ਤੇ ਥੋੜਾ ਜਿਹਾ ਉਹਦੇ ਬੋਲਣ 'ਚ ਢੰਗ ਥੋੜਾ ਨਾਂ ਤਾਂ ਲਿਆ ਨਹੀਂ ਉਹਨੇ ਉਹਦਾ। ਜਿਹੜਾ ਪਿੱਛੇ ਹੋਇਆ, ਜਦੋਂ ਪੰਥ ਨੂੰ ਕਿਸੇ ਨੇ ਵੀ ਚੈਲੰਜ ਕੀਤਾ, ਖਾਲਸਾ ਪੰਥ ਨੂੰ ਜਾਂ ਧਰਮ ਨੂੰ ਜਾਂ ਗੁਰਬਾਣੀ ਨੂੰ, ਉਹਦਾ ਹਾਲ ਇਹੋ ਹੀ ਹੋਇਆ। ਉਹਨੇ ਕਹਿਣਾ ਤਾਂ ਇਹੋ ਹੀ ਸੀ, ਮਤਲਬ ਉਹਦਾ ਇਹ ਸੀ। ਗੁਰਬਾਣੀ ਨੂੰ ਕੌਣ ਚੈਲੰਜ ਕਰ ਰਿਹਾ ਇਸ ਵੇਲੇ? ਬਥੇਰੇ ਕੁਝ ਕੀਤਾ ਪਹਿਲਾਂ, ਇਦੋਂ ਪਹਿਲਾਂ ਬਥੇਰਾ ਹੋਇਆ, ਹੁਣ ਵੀ ਕਰ ਰਿਹਾ। ਜਿਹੜਾ ਗੁਰਬਾਣੀ ਦਾ ਅਨਰਥ ਕਰ ਰਿਹਾ। ਤੁਸੀਂ ਕਹਿ ਰਹੇ ਹੋ ਨਾਮ ਨਹੀਂ ਲਿਆ ਗੁਰਨਾਮ ਸਿੰਘ ਜੀ। ਹਾਂਜੀ, ਤੁਸੀਂ ਕਹਿ ਰਹੇ ਹੋ ਨਾਮ ਨਹੀਂ ਲਿਆ ਜੱਸੋਵਾਲ ਨੇ, ਇਹੀ ਕਹਿ ਰਹੇ ਹੋ ਨਾ? ਹਾਂਜੀ, ਨਾਮ ਨਹੀਂ ਲਿਆ। ਫਿਰ ਜਿਹੜੇ ਨਾਮ ਨਹੀਂ ਲਿੱਤੇ ਉਹ ਕਿਹੜੇ ਨਾਮ ਹੈ? ਢੱਡਰੀਆਂ ਵਾਲੇ ਦਾ ਨਾਮ ਹੈਗਾ ਵਿੱਚ ਕਿ ਨਹੀਂ? ਜਿਹੜਾ ਗੁਰਬਾਣੀ ਗਲਤ ਬੋਲਦਾ ਹੈ, ਜਿਹੜਾ ਗੁਰਬਾਣੀ ਪਿਛਲੇ ਇਤਿਹਾਸ ਤੇ, ਸਾਡੇ ਗੁਰੂਆਂ ਤੇ, ਸਾਡੇ ਸਰੋਵਰ ਤੇ, ਨੌਵੇਂ ਪਾਤਸ਼ਾਹ ਤੇ, ਗੁਰਬਾਣੀਆਂ ਤੇ ਗਲਤ ਬੋਲਦਾ, ਉਹਨੂੰ ਬੋਲੇਗਾ ਕਿਉਂ ਨਹੀਂ ਬੋਲੇਗਾ ਗਲਤ? ਰਜਿੰਦਰ ਖਾਲਸਾ, ਫਿਰ ਕਿਵੇਂ ਕਿਹੜੀ ਸਾਂਝੀ ਧਿਰ ਪੈਦਾ ਹੋਊਗੀ? ਇੱਕ ਤੇ ਮੈਨੂੰ ਥੋੜਾ ਜਿਹਾ ਇਤਰਾਜ਼ ਹੈ, ਤੁਸੀਂ ਨਾ ਇਹਨੂੰ ਸਿਰਫ ਢੱਡਰੀਆਂ ਵਾਲਾ ਵਰਸਸ ਟਕਸਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਨਹੀਂ ਬਣਾ ਰਿਹਾ, ਮੈਂ ਨਹੀਂ ਬਣਾ ਰਿਹਾ। ਮੇਰੇ ਸਾਹਮਣੇ ਤਾਂ ਜੋ ਚੀਜ਼ਾਂ ਮੈਂ ਉਹ ਰੱਖ ਰਿਹਾ ਤੁਹਾਡੇ ਹਮਲਾ ਪਿਛਲੇ ਦਿਨਾਂ 'ਚ ਭਾਈ ਅਮਰੀਕ ਸਿੰਘ ਤੇ ਹੋਇਆ। ਉਹਨਾਂ ਦੀ ਪੱਗ ਲਾਈ ਗਈ, ਉਹਨਾਂ ਦੀ ਮਾਰਕੁੱਟ ਕੀਤੀ ਗਈ। ਉਸ ਤੋਂ ਪਹਿਲਾਂ ਭਾਈ ਪੰਥਪ੍ਰੀਤ ਸਿੰਘ ਤੇ ਹੋਇਆ। ਬਿਲਕੁਲ ਠੀਕ ਆ, ਅਸੀਂ ਉਹ ਸਾਰੀਆਂ ਚਰਚਾਵਾਂ ਦੇ ਵਿੱਚ ਲੈ ਚੁੱਕੇ ਹਾਂ ਸਾਰੀਆਂ ਚੀਜ਼ਾਂ। ਇੰਦਰ ਸਿੰਘ ਕੱਗਾ ਦੇ ਉੱਤੇ ਹੋਇਆ ਹਮਲਾ। ਠੀਕ ਹੈ। ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਉੱਤੇ ਹੋਇਆ ਹਮਲਾ। ਇਹ ਤੇ ਜਿਹੜਾ ਸੱਚ ਦੀ ਗੱਲ ਕਰਦਾ ਹੈ ਉਹਨੂੰ ਮਾਰਨ ਤੇ ਤੁਰ ਪੈਂਦੇ ਨੇ। ਬੰਬ ਨਾ ਉਡਾ ਦਿਓ, ਗੋਲੀਆਂ ਮਾਰ ਦਿਓ, ਡਾਂਗਾ ਮਾਰ ਦਿਓ। ਕੀ ਇਹ ਸਿੱਖੀ ਹੈ? ਇਹ ਗੁਰੂ ਪਾਤਸ਼ਾਹ ਨੇ ਸਾਨੂੰ ਤੁਸੀਂ ਸਿਖਾਇਆ। ਇਹ ਕਹਿ ਰਹੇ ਹੋ ਸਾਰੇ ਪ੍ਰਚਾਰਕ ਖਤਰੇ 'ਚ ਹੈ? ਸਾਰੇ ਪ੍ਰਚਾਰਕ ਖਤਰੇ 'ਚ ਹੈ। ਸਾਰੇ ਪ੍ਰਚਾਰਕ ਖਤਰੇ 'ਚ ਹੈ। ਸੱਚ ਬੋਲਣ ਨਾਲ ਹਰ ਪ੍ਰਚਾਰਕ ਖਤਰੇ 'ਚ ਹੈ। ਤੇ ਇਹ ਕੀ ਬੋਲਦੇ ਆ? ਕਿਉਂਕਿ ਇਹ ਟੋਟਲ ਕੂੜ ਬੋਲਦੇ ਆ। ਮੈਂ ਕਹਿਣ 'ਚ ਕੋਈ ਹੈਜ਼ਿਟੇਸ਼ਨ ਨਹੀਂ। ਇਹ ਜਿਹੜੀਆਂ ਗੱਲਾਂ ਨੂੰ ਆਧਾਰ ਬਣਾ ਕੇ ਕਰ ਰਹੇ ਨੇ, ਗੁਰਮਤਿ ਦੇ ਉੱਤੇ ਖਰੀਆਂ ਨਹੀਂ ਉਤਰਦੀਆਂ। ਹੁਣੇ ਮੇਰੇ ਵੀਰ ਗੁਰਨਾਮ ਸਿੰਘ ਸਿੱਧੂ ਹੋਰੀ ਸਰੋਵਰ ਦੀ ਗੱਲ ਕਰ ਰਹੇ ਸਨ। ਜਿਸਲੇ ਬਾਣੀ ਕਹਿੰਦੀ ਹੈ ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਿਸਲੇ ਬਾਣੀ ਕਹਿੰਦੀ ਹੈ ਜਲ ਕੇ ਮਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੂਨੀ ਆਵੇ। ਤੇ ਫਿਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੀ ਮਹੱਤਤਾ ਗੁਰੂ ਪਾਤਸ਼ਾਹ ਨੇ ਅਲੱਗ-ਅਲੱਗ ਕਰਤੀ। ਕਿਹਾ ਕੁਝ ਹੋਰ ਤੇ ਕਰਕੇ ਕੁਝ ਹੋਰ ਦਿਖਾਤਾ। ਪ੍ਰੈਕਟੀਕਲ ਕੁਝ ਹੋਰ ਕਰਦੇ ਸਨ ਤੇ ਜ਼ੁਬਾਨ ਤੋਂ ਕੁਝ ਹੋਰ ਕਹਿੰਦੇ ਸਨ। ਗੁਰਬਾਣੀ 'ਚ ਕੁਝ ਹੋਰ ਉਚਾਰਨ ਕੀਤਾ ਤੇ ਉਹ ਸਿੱਖਿਆ ਕੋ ਹੋਰ ਦਿੱਤੀ। ਇਹੋ ਜਿਹੀਆਂ ਗੱਲਾਂ ਆਪਾਂ ਕਰ ਰਹੇ ਹਾਂ। ਬੜੀ ਦੁੱਧ ਵਾਲੀ ਸਥਿਤੀ ਹੈ, ਬੜੀ ਦੁੱਧ ਵਾਲੀ ਸਥਿਤੀ ਹੈ। ਤੁਹਾਨੂੰ ਦੁਬਦੀ ਵਾਲੀ ਸਥਿਤੀ ਨਹੀਂ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਧਾਰ ਬਣਾਵਾਂਗੇ ਤੇ ਕੋਈ ਦੁਬਦਾ ਨਹੀਂ ਹੈ। ਤੇ ਜੇ ਕੁਝ ਕੂੜ ਗ੍ਰੰਥਾਂ ਨੂੰ ਆਧਾਰ ਬਣਾਵਾਂਗੇ ਤੇ ਦੁਬਦਾ ਹੀ ਦੁਬਦਾ ਹੈ। ਸਾਡੇ ਗੁਰੂ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੇ। ਗੁਰਤੇਜ ਸਿੰਘ ਠੀਕ ਹੈ। ਗੁਰਤੇਜ ਸਿੰਘ ਜੀ, ਜਿਹੜਾ ਰਜਿੰਦਰ ਖਾਲਸਾ ਰਾਣੇ ਪੁਆਇੰਟ ਚੁੱਕਿਆ ਹੈਗਾ, ਇਹ ਕਹਿੰਦੇ ਹੈਗੇ ਆ ਕਿ ਜਿਹੜਾ ਕੂੜ ਪ੍ਰਚਾਰ ਕੀਤਾ ਜਾ ਰਿਹਾ, ਹੋਰ ਪਤਾ ਨਹੀਂ ਇਹਨਾਂ ਨੇ ਕਿਹੜੇ ਸ਼ਬਦ ਬੋਲੇ, ਮੈਂ ਉਹ ਬੋਲ ਵੀ ਨਹੀਂ ਸਕਦਾ। ਗੁਰਤੇਜ ਸਿੰਘ ਜੀ, ਜੋ ਤਿੱਕਰ ਉਹ ਵਿਵਾਦ ਹੱਲ ਨਹੀਂ ਹੋਣਗੇ, ਇਹ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦੇ ਵਿਵਾਦ ਦਾ ਹੱਲ ਨਹੀਂ ਹੋ ਸਕਦਾ। ਇਹ ਕਹਿਣਾ ਚਾਹ ਰਿਹਾ ਰਜਿੰਦਰ। ਨਹੀਂ, ਗੱਲ ਇਹ ਹੈਗੀ ਕਿ ਹੁਣ ਵਿਵਾਦ ਕੀ ਹੈ? ਵਿਵਾਦ ਇਹ ਹੈ ਕਿ ਢੱਡਰੀਆਂ ਵਾਲਾ ਆਪਦਾ ਪ੍ਰਚਾਰ ਬੰਦ ਕਰ ਦੇ। ਇਸ ਦਾ ਕਿਸ ਤਰ੍ਹਾਂ, ਇਸ ਨੂੰ ਕਿਸ ਤਰ੍ਹਾਂ ਜਸਟੀਫਾਈ ਕੀਤਾ ਜਾ ਸਕਦਾ ਹੈ ਇਸ ਜ਼ਮਾਨੇ ਦੇ ਵਿੱਚ? ਜਿਹੜਾ ਬੰਦਾ ਪ੍ਰਚਾਰ ਕਰ ਰਿਹਾ ਹੈ, ਜਿਹੜਾ ਕੁਝ ਆਪਣਾ ਵਿਚਾਰ ਦੇ ਰਿਹਾ ਹੈ, ਉਹ ਕਿਸ ਤਰ੍ਹਾਂ ਬੰਦ ਕਰ ਦੇਵੇ ਜਦੋਂ ਉਹ ਸਮਝ ਆਏ ਕਿ ਉਹ ਠੀਕ ਹੈ? ਲੱਖਾਂ ਲੋਕ ਉਸ ਨੂੰ ਸੁਣਨ ਜਾਂਦੇ ਨੇ ਔਰ ਉਹ ਕਹਿੰਦੇ ਨੇ ਕਿ ਇਹ ਠੀਕ ਗੱਲ ਕਰ ਰਿਹਾ ਹੈ। ਤੇ ਉਹ ਕਿਉਂ ਉਹਨਾਂ ਨੂੰ ਇਸ ਚੀਜ਼ ਤੋਂ ਡਿਪਰਾਈਵ ਕਰੇ ਕਿ ਜੋ ਉਹਦੇ ਵਿਚਾਰ ਹਨ ਉਹਨਾਂ ਤੱਕ ਨਾ ਪਹੁੰਚਣ? ਦੂਸਰੇ ਪਾਸੇ ਕਿਸੇ ਨੇ ਨਹੀਂ ਰੋਕਿਆ। ਧੁੰਮੇ ਦੇ ਦੀਵਾਨ ਹੁੰਦੇ ਨੇ, ਇਹਨਾਂ ਦੇ ਸਾਰਿਆਂ ਦੇ ਬਾਕੀ ਲੋਕਾਂ ਦੇ ਸੰਤ ਸਮਾਜ ਦੇ ਦੀਵਾਨ ਲੱਗਦੇ ਨੇ। ਕਿਸੇ ਨੇ ਜਾ ਕੇ ਕਿਸ ਦੀ ਪੱਗ ਨਹੀਂ ਲਾਈ, ਕਿਸੇ ਨੇ ਜਾ ਕੇ ਕਿਸੇ ਦੇ ਡਾਂਗ ਨਹੀਂ ਮਾਰੀ, ਕਿਸੇ ਨੇ ਕਿਸ ਨੂੰ ਥ੍ਰੈਟ ਨਹੀਂ ਕੀਤਾ, ਕਿਸੇ ਦੀ ਵੱਖੀ ਦੇ ਵਿੱਚ ਦੀ 6 ਗੋਲੀਆਂ ਕੱਢਣ ਦੀ ਗੱਲ ਨਹੀਂ ਕੀਤੀ। ਤੁਸੀਂ ਆਪਣੇ ਆਪਣੇ ਸਪੀਅਰ ਦੇ ਵਿੱਚ ਗੱਲਾਂ ਕਰਦੇ ਰਹੋ। ਦੇਖੋ ਭਲਾ ਸੰਗਤ ਕਿਹਨੂੰ ਪ੍ਰਵਾਨ ਕਰਦੀ ਹੈ। ਇਸ ਦੇ ਉੱਤੇ ਸਿੱਧਾ ਸਮਝੌਤਾ ਹੁੰਦਾ ਹੈ। ਜੇ ਤੁਹਾਨੂੰ ਲੱਗਦਾ ਕਿ ਢੱਡਰੀਆਂ ਵਾਲਾ ਗਲਤ ਪ੍ਰਚਾਰ ਕਰਦਾ ਹੈ, ਉੱਥੇ ਜਾ ਕੇ ਤੁਸੀਂ ਜਿੱਥੇ ਇੱਕ ਦੀਵਾਨ ਲਾਉਂਦਾ ਉੱਥੇ ਤੁਸੀਂ 4 ਲਾਓ। ਸੰਤ ਸਮਾਜ ਜਿਹੜਾ ਇਹ ਪਤਾ ਨਹੀਂ ਟ੍ਰੇਡ ਯੂਨੀਅਨ ਕਿਸ ਤਰ੍ਹਾਂ ਬਣਾਈ ਇਹਨਾਂ ਨੇ, ਚਲੋ ਜੋ ਵੀ ਹੈ, ਤਾਂ ਇਹਨਾਂ ਕੋਲੇ ਬੰਦੇ ਬਥੇਰੇ ਨੇ। ਇਹ ਇੱਕ ਬਾਹੀ ਮੰਨ ਲੈਣ, 4 ਥਾਂ ਦੇ ਉੱਤੇ ਜਾ ਕੇ ਇਹ ਜਿਹੜੀਆਂ ਗੱਲਾਂ ਕਹਿੰਦੇ ਨੇ ਉਹ ਕਹਿਣ, ਉਹਨਾਂ ਲੋਕਾਂ ਨੂੰ ਕਹਿਣ, ਫਿਰ ਪੁੱਛਣ ਉਹਨਾਂ ਨੂੰ ਵੀ ਕੌਣ। ਤੁਸੀਂ ਕਹਿ ਰਹੇ ਹੋ ਸੰਗਤ ਫੈਸਲਾ ਕਰੇ? ਸੰਗਤ ਫੈਸਲਾ ਕਰੇਗੀ, ਕਿਉਂਕਿ ਇਸ ਵੇਲੇ ਗੁਰਗੱਦੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਹੈ ਤੇ ਉਸ ਦੇ ਤਾਬਿਆ
ਗੁਰੂ ਖਾਲਸਾ ਪੰਥ ਠੀਕ ਹੈ, ਹੈ, ਸਦੇ ਉਸ ਦੇ ਸਭ- ਵਿੱਚ ਕੋਈ ਠੀਕ ਹੈ। ਦੂਸਰਾ ਬੰਦਾ ਕੌਰ ਦਖਲ ਸਾਹਿਬ- ਨਹੀਂ ਦੇ ਸਕਦਾ। ਕੌਰ ਸਾਹਿਬ, ਇਹ ਜਿਹੜਾ ਵਿਵਾਦ ਹੈਗਾ, ਵਿਵਾਦ ਦੇ ਪਿੱਛੇ ਜਿਹੜਾ ਸਾਰਾ ਕੁਝ ਪਿਆ ਹੈਗਾ, ਪਹਿਲਾਂ ਉਸ ਨੂੰ ਖਤਮ ਕਰਨਾ ਪਵੇਗਾ, ਫਿਰ ਇਹ ਢੱਡਰੀਆਂ ਵਾਲੇ ਤੇ ਦਮਦਮੀ ਟਕਸਾਲ ਦੇ ਵਿਵਾਦ ਦਾ ਅੰਤ ਹੋਵੇਗਾ। ਮੇਰਾ ਸਵਾਲ ਹੁਣ ਇੱਥੇ ਆ ਕਿ ਇਹ ਹੈਗਾ ਕਿ ਉਸ ਨੂੰ ਕਿਵੇਂ ਖਤਮ ਕੀਤਾ ਜਾਵੇਗਾ? ਮੈਂ ਜਿਹੜੀ ਸਾਂਝੀ ਧਿਰ ਦੀ ਤੁਸੀਂ ਸਾਰੇ ਲੋਕ ਗੱਲ ਕਰ ਰਹੇ ਹੋ, ਉਹ ਸਾਂਝੀ ਧਿਰ ਕਿਹੜੀ ਹੈ? ਮੈਨੂੰ ਬੰਦਿਆਂ ਦੇ ਨਾਮ ਚਾਹੀਦੇ ਇੱਥੇ। ਦੇਖੋ, ਦੋ ਗੱਲਾਂ ਨੇ। ਪਹਿਲਾਂ ਤਾਂ ਵਿਵਾਦ ਦੀ ਜੜ ਕੀ ਹੈ ਉਹਨੂੰ ਸਮਝਣ ਦੀ ਲੋੜ ਹੈ। ਠੀਕ ਹੈ। ਸਭ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਨਾ ਵੀ ਹਰ ਇੱਕ ਬੰਦਾ ਇਹ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਜਿਹੜੀ ਮੈਂ ਕਿਤਾਬ ਪੜ੍ਹ ਲਈ ਉਹ ਠੀਕ ਹੈ, ਬਾਕੀ ਗਲਤ ਕਰ ਰਹੇ। ਟੌੜਾ ਸਾਹਿਬ ਜਦੋਂ ਚੜ੍ਹਾਈ ਕੀਤੇ ਨਾ, ਉਹਨਾਂ ਦੇ ਸੰਸਕਾਰ ਤੋਂ ਬਾਅਦ ਬਾਦਲ ਸਾਹਿਬ ਨੇ ਸਾਡੀ ਇੱਕ ਮੀਟਿੰਗ ਲਈ, ਸਾਰੇ ਪਾਰਟੀ ਦੇ ਟੌਪ ਦੇ ਲੀਡਰ ਸੀਗੇ, ਮੈਨੂੰ ਵੀ ਬੁਲਾਇਆ ਉੱਥੇ। ਮੈਨੂੰ ਕਹਿਣ ਲੱਗੇ ਕੀ ਹੋਣਾ ਚਾਹੀਦਾ, ਉਹਨਾਂ ਦੀ ਯਾਦ 'ਚ ਕੀ ਬਣਾਉਣਾ ਚਾਹੀਦਾ। ਕੋਈ ਕਹਿ ਰਿਹਾ ਸੀ ਸਕੂਲ ਬਣਾ ਦਿਓ, ਕੋਈ ਕਹਿੰਦਾ ਸੀ ਕਾਲਜ ਬਣਾ ਦਿਓ। ਮੈਂ ਉਹਨਾਂ ਨੂੰ ਕਿਹਾ ਜੀ ਇੱਕ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖਿਜ਼ਮ ਬਣਾਓ। ਮੈਨੂੰ ਕਹਿੰਦੇ ਉਹਦਾ ਮਕਸਦ ਕੀ ਹੋਏਗਾ? ਮੈਂ ਕਿਹਾ ਜਿਹੜੇ ਆਪਣੇ ਗ੍ਰੰਥਾਂ ਦੀ ਕਥਾ ਗੁਰੂ ਘਰਾਂ 'ਚ ਹੋ ਰਹੀ ਆ, ਉਹਨਾਂ ਦੇ ਵਿੱਚ ਬਹੁਤ ਕੁਝ ਰਲਾ ਰਲਾਇਆ। ਵਿਦਵਾਨ ਸੱਜਣ ਲਾਓ, ਉਹਨਾਂ ਨੂੰ ਅਥੈਂਟੀਕੇਟ ਕਰਨ, ਉਹਦੇ ਵਿੱਚ ਉਹ ਇਤਰਾਜ਼ਯੋਗ ਚੀਜ਼ਾਂ ਕੱਢਣ। ਜਿਹੜਾ ਸਿੱਖ ਇਤਿਹਾਸ ਆ, ਗੋਰੇ ਇਤਿਹਾਸ ਆ, ਉਹਨੂੰ ਸੋਧ ਕੇ ਲਿਖੋ, ਉਹਦੀ ਸੁਧਾਈ ਕਰਕੇ ਅਕਾਲ ਤਖਤ ਮੋਹਰ ਲਾਵੇ। ਜਿਹੜੇ ਪ੍ਰਚਾਰਕ ਚਾਹੇ ਕਿਸੇ ਸੰਸਥਾ ਵੀ ਹੋਵੇ, ਉਹ ਉਸ ਪ੍ਰਚਾਰ ਨੂੰ ਆਪਣੀ ਉਸ ਲਾਈਨ 'ਚ ਲਿਆਵੇ। ਪੰਥ 'ਚ ਕੋਈ ਦਫੇੜ ਨਹੀਂ ਪੈ ਸਕਦੀ। ਉਹ ਮੇਰੀ ਗੱਲ ਮੰਨ ਲਈ ਗਈ। ਮੰਨਣ ਤੋਂ ਬਾਅਦ ਪਹਿਲਾਂ ਉਹਦਾ ਇੱਥੇ ਤੁਹਾਡੇ ਅੰਬ ਸਾਹਿਬ ਨੀਂਹ ਪੱਥਰ ਰੱਖਿਆ, ਬੀਬੀ ਜਗੀਰ ਕੌਰ ਪ੍ਰਧਾਨ ਸੀ, ਮੈਂ ਜਨਰਲ ਸੈਕਟਰੀ ਸੀ, ਉਹ ਸਿਰੇ ਨਹੀਂ ਲੱਗ ਸਕਿਆ, ਪੁੱਡਾ ਨਾਲ ਝਗੜਾ ਸੀ। ਹੁਣ ਉਹ ਮੱਕੜ ਸਾਹਿਬ ਦੇ ਟਾਈਮ ਤੇ ਬਹਾਦਰਗੜ੍ਹ ਇੰਸਟੀਚਿਊਟ ਬਣ ਗਿਆ, ਪਰ ਕੰਮ ਸਿਰਫ ਉਹਦਾ ਕਲਗੀਧਰ ਨਿਵਾਸ 'ਚ ਹੋਇਆ। ਅਸੀਂ ਡਾਕਟਰ ਕਿਰਪਾਲ ਸਿੰਘ ਨੂੰ ਗੁਰੂ ਇਤਿਹਾਸ ਲਿਖਣ ਦੀ ਜ਼ਿੰਮੇਵਾਰੀ ਦਿੱਤੀ ਸੀ, ਉਹਨਾਂ ਨੇ ਆਪਣੀ ਟੀਮ ਨੂੰ ਲੈ ਕੇ 9 ਪਾਤਸ਼ਾਹੀਆਂ ਦਾ ਇਤਿਹਾਸ ਲਿਖਤਾ, 10ਵੀਂ ਦਾ ਸ਼ੁਰੂ ਹੈ। ਅੱਛਾ, ਸਵਾਲ ਹੁਣ ਇਹ ਪੈਦਾ ਹੁੰਦਾ ਬਈ ਜਿੰਨੀ ਦੇਰ ਆਪਾਂ ਇਹ ਗੱਲ ਕਰਦੇ ਹਾਂ, ਪ੍ਰਚਾਰਕਾਂ ਤੇ ਲੜ ਪੈਂਦੇ ਆਪਾਂ। ਨਾ ਤਾਂ ਅਕਾਲ ਤਖਤ ਨੇ ਦਖਲ ਦਿੱਤਾ ਵੀ ਕਿ ਪੰਥਕ ਰਹਿਤ ਮਰਜ਼ਾਦਾ ਜਿਹੜੀ ਹੈ ਨਾ, ਉਹਦੇ ਵਿੱਚ ਗੁਰਦੁਆਰੇ ਦਾ ਇੱਕ ਚੈਪਟਰ ਆਉਂਦਾ। ਉਹਦੇ ਵਿੱਚ ਗੁਰਦੁਆਰੇ ਦੇ ਚੈਪਟਰ ਦੇ ਵਿੱਚ ਬੜਾ ਸਾਫ਼ ਲਿਖਿਆ ਵੀ ਇੱਥੇ ਕੀਰਤਨ ਕਿਹੜੀ ਬਾਣੀ ਦਾ ਹੋ ਸਕਦਾ, ਕਥਾ ਕਿਹੜੀ ਬਾਣੀ ਦੀ ਹੋ ਸਕਦੀ ਹੈ, ਤੇ ਕਿਹੜੀਆਂ ਗੱਲਾਂ ਗੁਰਦੁਆਰੇ 'ਚ ਹੋ ਸਕਦੀਆਂ, ਕਿਹੜੀਆਂ ਨਹੀਂ ਹੋ ਸਕਦੀਆਂ। ਅੱਛਾ, ਹੁਣ ਜਿਹੜੀ ਧਮਕੀਆਂ ਵਾਲਾ ਮਸਲਾ, ਧਮਕੀਆਂ ਵਾਲਾ ਮਸਲਾ ਤਾਂ ਇਹ ਆ ਵੀ ਪੰਜਾਬ ਦੇ ਵਿੱਚ ਨੂਰ ਮਹਿਲੀਏ ਨੇ ਸਿੱਖੀ ਖਾ ਲਈ, ਪੰਜਾਬ 'ਚ ਸਿਰਸੇ ਵਾਲਿਆਂ ਨੇ ਸਿੱਖੀ ਖਾ ਲਈ, ਪੰਜਾਬ 'ਚ ਅਕਾਲੀ ਸਰਕਾਰ ਹੁੰਦਿਆਂ ਹੋਇਆਂ ਸਟੂਡੈਂਟਸ ਦੇ ਕਕਾਰ ਲਹਾ ਕੇ ਉਹਨਾਂ ਨੂੰ ਪੇਪਰਾਂ 'ਚ ਜਾਣ ਦਿੱਤਾ ਗਿਆ। ਉਸ ਵੇਲੇ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ। ਆ ਹੁਣ ਕਰਨਾਟਕ ਦੇ ਵਿੱਚ ਇੱਕ ਨੌਜਵਾਨ ਦੀ ਉੱਥੇ ਕਿਰਤ ਕਰਨ ਗਏ ਨੌਜਵਾਨ ਦੀ ਬੇਪਤੀ ਕੀਤੀ, ਕੁੱਟ-ਕੁੱਟ ਕੇ ਮਰਨ ਕਿਨਾਰੇ ਕਰ ਦਿੱਤਾ, ਉਸ ਵੇਲੇ ਕੋਈ ਧਮਕੀ ਨਹੀਂ ਆਉਂਦੀ। ਇਹ ਧਮਕੀਆਂ ਆਪਣੇ ਭਰਾਵਾਂ ਨੂੰ ਮਾਰਨ ਲਈ ਕਿਉਂ ਆ ਰਹੀਆਂ? ਜਿਹੜੀ ਗੱਲ ਤੁਸੀਂ ਕਹਿੰਦੇ ਆ ਸਾਲਿਸ ਕੌਣ ਬਣੇ? ਦੇਖੋ, ਜਿਹੜੀਆਂ ਧਿਰਾਂ ਦੀ ਗੱਲ, ਜਿਹੜੀਆਂ ਧਿਰਾਂ ਕਹਿ ਰਹੀਆਂ ਨਾ ਵੀ ਸਾਂਝੇ ਹੋ ਕੇ ਬੈਠੋ, ਇਹ ਸਾਂਝੀਆਂ ਨਹੀਂ ਹੈ। ਫਿਰ ਕੌਣ ਹੈ? ਮੈਨੂੰ ਨਾਮ ਦੱਸ ਸਕਦੇ ਹੋ? ਮੈਂ ਦੱਸ ਰਿਹਾ। ਹਾਂ, ਦੱਸੋ। ਇਹਦੇ ਲਈ ਇਹ ਹੈ, ਦੋਨਾਂ ਧਿਰਾਂ ਨੂੰ ਇਹ ਪੁੱਛਿਆ ਜਾਵੇ ਵੀ ਤੁਸੀਂ ਆਪਣੀਆਂ ਧਿਰਾਂ ਛੱਡ ਦਿਓ। ਬੜੇ ਪੰਥ 'ਚ ਵਿਦਵਾਨ ਬੈਠੇ ਆ, ਬੜੇ ਸਾਂਝੇ ਬੈਠੇ ਆ, ਜਿਹੜੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ ਆ। ਦੋ ਉਹ ਦੇ ਦੇਣ, ਦੋ ਉਹ ਦੇ ਦੇਣ, ਇੱਕ ਸਾਂਝਾ ਬਹਿ ਜਾਵੇ। ਸਰਕਾਰ ਦਾ ਕੋਈ ਨੁਮਾਇੰਦਾ ਤਾਂ ਨਹੀਂ ਚਾਹੀਦਾ? ਸਰਕਾਰ ਤੋਂ ਕੀ ਕਰਾਉਣਾ ਜੀ? ਸਰਕਾਰ ਲਾਅ ਐਂਡ ਆਰਡਰ ਮੇਨਟੇਨ ਕਰੇ। ਠੀਕ ਹੈ, ਸਰਕਾਰ ਲਾਅ ਐਂਡ ਆਰਡਰ ਮੇਨਟੇਨ ਕਰੇ। ਇਹਦੇ ਨਾਲ ਕੋਈ ਤੁਸੀਂ ਕਹਿ ਰਹੇ ਹੋ 2 ਨੁਮਾਇੰਦੇ ਢੱਡਰੀਆਂ ਵਾਲੇ ਵੱਲੋਂ, 2 ਦਮਦਮੀ ਟਕਸਾਲ ਵੱਲੋਂ, ਹਾਂ, 1 ਨੁਮਾਇੰਦਾ। ਅੱਛਾ, ਇੱਕ ਗੱਲ ਇਹਦੇ 'ਚ ਹੋਰ ਵੀ ਹੈ ਵੀ ਦਮਦਮੀ ਟਕਸਾਲ ਵੀ ਹੁਣ ਕੱਲੀ ਮਹਿਤੇ ਵਾਲੀ ਨਹੀਂ ਹੈ, ਉਹ ਅਜਨਾਲੇ ਵੀ ਬੈਠੀ ਆ, ਸੰਗਰਾਮੀ ਵੀ ਬੈਠੀ ਆ, ਤੇ ਉਹ ਭਿੰਡਰੀ ਵੀ ਬੈਠੀ ਆ। ਤੇ ਉਹ ਬੇਨਤੀ ਇਹ ਹੈ, ਦੇਖੋ ਤੁਸੀਂ ਇੱਕ ਗੱਲ ਕੀਤੀ ਸੀ ਵੀ ਇਹਦੇ 'ਚ ਸਿਆਸੀ ਟਿੰਜ ਕੀ ਹੈ, ਸਿਆਸੀ ਕਿਸ ਤਰ੍ਹਾਂ ਵਰਤੋਂ ਹੋ ਰਹੀ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ, ਮੈਂ ਰੋਕਿਆ ਵੀ ਸੀ ਉਸ ਵੇਲੇ ਅੰਦਰ ਬੈਠ ਕੇ ਵੀ ਤੁਹਾਨੂੰ ਨਹੀਂ ਇਹ ਕੰਮ ਕਰਨਾ ਚਾਹੀਦਾ। ਤੁਸੀਂ ਜਦੋਂ ਕੋਈ ਸੰਤ ਚੜ੍ਹਾਈ ਕਰ ਜਾਂਦਾ, ਤੁਸੀਂ ਕਿਉਂ ਪੱਗਾਂ ਲੈ ਕੇ ਤੁਰ ਪੈਂਦੇ? ਮੈਂ ਜਥੇਦਾਰਾਂ ਨੂੰ ਵੀ ਕਿਹਾ ਸੀ, ਅਕਾਲੀ ਦਲ ਨੂੰ ਵੀ ਕਿਹਾ ਸੀ। ਬਾਬਾ ਠਾਕਰ ਸਿੰਘ ਦੀ ਦਸਤਾਰ ਜ਼ਿੰਮੇਵਾਰੀ ਦੀ ਅਕਾਲੀ ਦਲ ਨੇ, ਅਕਾਲ ਤਖਤ ਨੇ ਤੇ ਸ਼੍ਰੋਮਣੀ ਕਮੇਟੀ ਨੇ ਤਾਂ ਦਿੱਤੀ ਸੀ ਬਾਬੇ ਰਾਮ ਸਿੰਘ ਨੂੰ, ਤੇ ਵਰਤੋਂ ਹੋ ਰਹੀ ਆ ਹੁਣ ਭਾਈ ਹਰਨਾਮ ਸਿੰਘ ਦੀ। ਸਿਆਸੀ ਬੰਦਿਆਂ ਨੇ ਤਾਂ ਜਿਹਦੇ ਮੋਢਿਆਂ ਤੇ ਰੱਖ ਕੇ 4 ਵੋਟਾਂ ਵੱਧ ਬਣ ਸਕਦੀਆਂ ਉਹਦੀ ਵਰਤੋਂ ਕਰਨੀ। ਸਿਆਸਤ ਦੋਨੋਂ ਧਿਰਾਂ ਨੂੰ ਵਰਤ ਰਹੀ ਹੈ ਜਾਂ ਇੱਕ ਨੂੰ ਵਰਤ? ਦੋਨੇ ਵਰਤ ਰਹੀਆਂ। ਦੋਨੋਂ ਧਿਰਾਂ ਨੂੰ ਵਰਤ ਰਹੀ ਹੈ ਸਿਆਸਤ? ਨਹੀਂ, ਸਿਆਸਤ ਨੇ ਦੇਖੋ, ਕਿਉਂਕਿ ਅਕਾਲੀ ਦਲ ਤੋਂ ਬਰਗਾੜੀ ਕਾਂਡ ਤੋਂ ਬਾਅਦ ਸਿੱਖ ਨਿਰਾਸ਼ ਸੀ, ਉਹਨਾਂ ਨੂੰ ਹੋਰ ਕੋਈ ਰਾਹ ਨਹੀਂ ਸੀ ਲੱਭਦਾ। ਉਹਨਾਂ ਨੇ ਉਹਨਾਂ ਬੰਦਿਆਂ ਨੂੰ ਉਤਸ਼ਾਹਿਤ ਕੀਤਾ, ਸ਼੍ਰੋਮਣੀ ਕਮੇਟੀ ਦੀ ਟਿਕਟਾਂ ਦਿੱਤੀਆਂ 30, ਫਿਰ ਉਹਨਾਂ ਦਾ ਜਥੇਦਾਰਾਂ 'ਚ ਕੋਟਾ, ਉਹਨਾਂ ਦਾ ਮੁਲਾਜ਼ਮਾਂ 'ਚ ਕੋਟਾ, ਉਹ ਫਿਕਸ ਕੀਤਾ ਵੀ ਤੁਸੀਂ ਲਓ ਜੀ। ਉਹ ਹੁਣ ਜਿਹੜੇ ਦੋ ਟਕਰਾਅ ਨੇ, ਸੰਪਰਦਾਇਕ ਮਰਜ਼ਾਦਾ ਹੋਰ ਹੈ, ਅਕਾਲ ਤਖਤ ਦੀ ਮਰਜ਼ਾਦਾ ਹੋਰ ਹੈ। ਸੰਪਰਦਾਇਕ ਲੋਕ ਸੰਪਰਦਾਇਕ ਮਰਜ਼ਾਦਾ ਨੂੰ ਅਕਾਲ ਤਖਤ ਦੀ ਮਰਜ਼ਾਦਾ ਤੇ ਭਾਰੂ ਕਰਨਾ ਚਾਹੁੰਦੇ ਆ, ਔਰ ਉਹ ਇੱਥੋਂ ਤੱਕ ਵੀ ਜਾਂਦੇ ਆ ਵੀ ਉਹ ਅਕਾਲ ਤਖਤ ਦੀ ਮਰਜ਼ਾਦਾ ਨੂੰ ਤੋੜੇ ਦਿਓ, ਨਵੀਂ ਬਣਾ ਲਓ, ਫਿਰ ਵੀ ਅਕਾਲ ਤਖਤ ਤੋਂ ਕੈਲੰਡਰ ਵਾਂਗਰ ਬਣਾ ਲਓ। ਅਕਾਲ ਤਖਤ ਤੋਂ ਕੁਝ ਨਹੀਂ ਕਿਹਾ ਜਾ ਰਿਹਾ। ਅਕਾਲ ਤਖਤ ਤਾਂ ਖਾਮੋਸ਼ ਹੈ, ਅਕਾਲ ਤਖਤ ਦਾ ਜਦ ਤੱਕ ਡਾਇਰੈਕਸ਼ਨ ਨਹੀਂ ਆਉਂਦੀ ਉਹਨੂੰ ਬੋਲਦਾ ਹੀ ਨਹੀਂ। ਤੋਂ ਬਾਅਦ ਆਖਰੀ ਹਿੱਸੇ ਦੇ ਵਿੱਚ ਹੋਵਾਂਗੇ ਅਸੀਂ। ਇੱਥੇ ਹੁਣ ਇੱਕ ਸਲਾਹ ਦਿੱਤੀ ਗਈ ਹੈਗੀ ਕਿ 2 ਨੁਮਾਇੰਦੇ ਉਧਰੋਂ ਆ ਜਾਣ ਤੇ ਫਿਰ ਗੱਲਬਾਤ ਹੋ ਸਕਦੀ ਹੈ। ਇਹ 2 ਨੁਮਾਇੰਦਿਆਂ ਦੇ ਵਿੱਚ ਹੁਣ ਰੋਲਾ ਇਹ ਵੀ ਹੈਗਾ ਕਿ ਨੁਮਾਇੰਦੇ ਕਿੱਥੋਂ ਲਿਆਂਦੇ ਜਾਣਗੇ। ਸਵਾਲ ਬਹੁਤ ਸਾਰੇ ਹੈਗੇ ਆ ਤੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਪੰਥ ਨੂੰ ਆਪ ਹੀ ਲੱਭਣੇ ਪੈਣਗੇ, ਨਹੀਂ ਤਾਂ ਫਿਰ ਪੰਥ ਤੇ ਪੋਲੀਟੀਕਲ ਪੈਚ ਆ ਜਿਹੜੇ ਆਉਂਦੇ ਰਹਿਣਗੇ। ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ।
ਪੰਥ ਨੂੰ ਏਕੇ ਵਾਲੇ ਰਾਹ ਤੇ ਲਿਆਉਣ ਤੇ ਦਾਅਵਿਆਂ 'ਚ ਅੜਿੱਕਾ ਕੀ ਹੈ? ਗੁਰਨਾਮ ਸਿੰਘ ਜੀ, ਜਿਹੜਾ ਹੁਣ ਸੁਝਾਅ ਆਇਆ 2 ਨੁਮਾਇੰਦੇ ਦਮਦਮੀ ਟਕਸਾਲ ਵੱਲੋਂ, 2 ਨੁਮਾਇੰਦੇ ਢੱਡਰੀਆਂ ਵਾਲੇ ਵੱਲੋਂ, ਸਹਿਮਤੀ ਹੋ ਸਕਦੀ ਹੈ? ਬਿਲਕੁਲ ਹੋ ਸਕਦੀ ਹੈ। ਇੱਕੋ ਹੀ ਸਾਂਝਾ ਬਹਿ ਜਾਏ, ਇੱਕ ਕੋਈ ਸਾਂਝਾ ਬਹਿ ਜੇ। ਬਿਲਕੁਲ ਹੋ ਸਕਦੀ ਹੈ। ਗੱਲ ਤਾਂ ਨਿਕਲੇ ਵਿੱਚੋਂ, ਗੱਲ ਸਾਹਮਣੇ ਜਿਹੜੇ ਆਵੇ। ਦੋਨੇ ਧਿਰਾਂ ਨੂੰ ਪ੍ਰਵਾਨ ਹੋਣ, ਬਹਿ ਜਾਣ 5 ਜਣੇ। ਕਿਹੜੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਨੁਮਾਇੰਦੇ ਆ ਦਮਦਮੀ ਟਕਸਾਲ ਵੱਲੋਂ ਕਿਹੜੇ ਦਿੱਤੇ ਜਾ ਸਕਦੇ? ਕਿਉਂਕਿ ਹੁਣ ਇਹ ਟਕਸਾਲ ਵੀ ਗਿਣਾ ਰਹੇ ਆ ਦੇਖੋ ਇਹ ਤਾਂ ਨਹੀਂ ਮੈਂ ਕਹਿ ਸਕਦਾ, ਚਲੋ ਜਿਹੜੀ ਗਨਾਉਣ ਨੂੰ ਤਾਂ ਜੋ ਜਦੋਂ ਚੋਰ ਦੀ ਦਾੜੀ ਤਿਰੰਕਾ ਹੁੰਦਾ ਹੈ, ਜਿਹਨੇ ਮਰਜ਼ੀ ਕਰੀ ਜਾਓ। ਟਕਸਾਲ ਜਿਹੜੇ ਚੱਲਦੀ ਆ ਉਹ ਤਾਂ ਇੱਕੋ ਹੀ ਚੱਲਦੀ ਹੈ। ਯਾਨੀ ਕਿ ਨੁਮਾਇੰਦੇ ਉੱਥੇ ਹੀ ਹੋਣਗੇ। ਨਹੀਂ, ਜੇ ਇੱਕ ਚੱਲਦੀ ਆ ਤਾਂ ਫਿਰ ਅਕਾਲ ਤਖਤ ਫਿਰ ਸੰਗਰਾਮੀ ਕੀ ਲੈਣ ਗਿਆ ਸੀ? ਇਹ ਤਾਂ ਜਦੋਂ ਜੇ ਅਕਾਲ ਤਖਤ ਦੇਖੋ ਸੁਪਰੀਮ ਇਹ ਤਾਂ ਹੈ। ਸਰਕਾਰਾਂ ਦੀਆਂ ਨਹੀਂ, ਜੇ ਅਕਾਲ ਤਖਤ ਸੁਪਰੀਮ ਹੈ ਤਾਂ ਫਿਰ ਅਕਾਲ ਤਖਤ ਦਾ ਹੁਕਮ ਵੀ ਮੰਨੋ। ਫਿਰ ਚਲਾਇਆ ਨਹੀਂ, ਉਹਨੂੰ ਚਲਾਉਣਾ ਚਾਹੀਦਾ। ਮੈਂ ਤੇ ਫਿਰ ਅਕਾਲ ਤਖਤ ਦਾ ਹੁਕਮ ਵੀ ਮੰਨੋ। ਪੰਡਾਂ ਬੰਨ ਕੇ ਪੱਗਾਂ ਦੀਆਂ ਲੈ ਗਏ ਸੰਗਰਾਮਾਂ ਨੂੰ। ਉਸ ਵੇਲੇ ਵੀ ਬਾਬਾ ਹਰਨਾਮ ਸਿੰਘ ਇੱਥੇ ਹੀ ਸੀ। ਇਹ ਤਾਂ ਹੁਣ ਉਸ ਸਰਕਾਰ ਵੇਲੇ ਸਰਕਾਰ ਹੀ ਦੱਸ ਮਹਿਤਾ ਸਕਦੀ ਹੈ ਚੌਕ ਨਾ। ਸਰਕਾਰ ਦੀਆਂ ਗੱਲਾਂ ਸਰਕਾਰ ਹੀ ਦੱਸ ਸਕਦੀ ਹੈ। ਨਹੀਂ, ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰ ਰਹੇ ਹੋ, ਸਰਕਾਰ ਦੀ ਗੱਲ ਨਹੀਂ ਕਰ ਰਹੇ। ਨਹੀਂ, ਆਹੋ ਸਰਕਾਰ ਨੇ ਭਾਈ ਰਾਮ ਸਿੰਘ ਨੂੰ ਪਕੜ ਦਿੱਤੀ ਸੀ, ਇਹਨਾਂ ਦਾ ਮਕਸਦ ਉਹ ਦੱਸਣ ਦਾ। ਪਰ ਨੁਮਾਇੰਦੇ ਸਿੱਧੇ ਆ ਸਕਦੇ ਆ, ਦੋ ਇਧਰੋਂ ਲੈ ਲੈ, 2 ਉਧਰੋਂ ਲੈ ਲੈਣੇ। ਸੁਨੇਹਾ ਲਾਉਂਗੇ ਜਾ ਕੇ ਉੱਥੇ? ਹਾਂਜੀ, ਸੁਨੇਹਾ ਲਾ ਦੋਗੇ ਜਾ ਕੇ ਉੱਥੇ? ਇੱਕ ਤਾਂ ਇਹੀ ਹੋ ਗਿਆ, ਇੱਕ ਹੋਰ ਨਾਲ ਲੈ ਲਓ ਕੋਈ। ਨਹੀਂ ਦਾਸਤਾ ਇਹਨੇ ਜੋਗਰਾ ਨਹੀਂ ਹੈ। ਵਿਦਵਾਨ ਬਹੁਤ ਵੱਡੇ ਹੈ ਜਿਹੜੇ। ਰਜਿੰਦਰ ਖਾਲਸਾ, ਇਹ ਸੁਝਾਅ ਪ੍ਰਵਾਨ ਹੈ ਜਾਂ ਕੁਝ ਹੋਰ ਸੁਝਾਅ ਦੇਣਾ ਚਾਹੁੰਦੇ ਤੁਸੀਂ? ਦੇਖੋ ਜੀ, ਚੰਗਾ ਸੁਝਾਅ ਹੈ, ਪਰ ਮੈਂ ਫਰੈਂਕਲੀ ਤੁਹਾਨੂੰ ਦੱਸਾਂ, ਮੈਨੂੰ ਇਹ 'ਚੋਂ ਬਹੁਤੀ ਆਸ ਨਹੀਂ। ਉਹਦਾ ਕਾਰਨ ਕੀ ਹੈ ਕਿ ਦੋਨੋਂ ਧਿਰਾਂ ਆਪਣੇ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਜਾਂ ਤੇ ਅਸੀਂ ਇਹ ਸੋਚ ਕੇ ਆਈਏ ਕਿ ਅਸੀਂ ਹੱਲ ਲੱਭਣਾ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਅਨੁਸਾਰ ਆਪਣੇ ਆਪ ਨੂੰ ਮੋਲਡ ਕਰਨ ਨੂੰ ਤਿਆਰ ਆ। ਇਹਦਾ ਸਹੀ ਹੱਲ ਇਹ ਹੈ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ। ਜਿਹੜੇ ਪ੍ਰਚਾਰਕ ਗੁਰਮਤਿ ਅਨੁਸਾਰ ਪ੍ਰਚਾਰ ਕਰ ਰਹੇ ਨੇ ਉਹ ਆਪਣਾ ਕਰਨ, ਜਿਹੜਾ ਸੰਤ ਸਮਾਜ ਪ੍ਰਚਾਰ ਕਰ ਰਿਹਾ ਉਹ ਆਪਣਾ ਕਰੇ। ਸੰਗਤ ਨਿਰਣਾ ਕਰਨ ਵਾਲੀ ਹੈ, ਸਭ ਤੋਂ ਵੱਡੀ ਅਦਾਲਤ ਸੰਗਤ ਦੀ। ਫਿਰ ਤਾਂ ਵਿਵਾਦ ਦਾ ਹੱਲ ਹੋਣਾ ਹੀ ਨਹੀਂਗਾ ਰਜਿੰਦਰ ਖਾਲਸਾ, ਫਿਰ ਤਾਂ ਵਿਵਾਦ ਦਾ ਹੱਲ ਹੋਣਾ ਹੀ ਨਹੀਂਗਾ। ਨਹੀਂ, ਵਿਵਾਦ ਦਾ ਹੱਲ ਡਾਂਗਾ ਨਹੀਂ ਹੈ। ਹਾਂ, ਡਾਂਗਾ ਬੰਦ ਕਰ ਦਿਓ। ਅਸਲੀ ਸੰਗਤ ਤਾਂ ਰਜਿੰਦਰ ਖਾਲਸਾ, ਜਿਵੇਂ ਕਹਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਜਿਹੜੀ ਸਾਂਝੀ ਕਮੇਟੀ ਬਣਾ ਦਿੱਤੀ ਜਾਵੇ, ਫਿਰ ਉਹ ਪ੍ਰਵਾਨ ਹੋਵੇਗੀ? ਤੁਸੀਂ ਜਿਸ ਅਕਾਲ ਤਖਤ ਸਾਹਿਬ ਦੀ ਗੱਲ ਕਰ ਰਹੇ ਹੋ, ਉਸ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਅਖੌਤੀ ਜਥੇਦਾਰ ਨੇ, ਗੁਰਬਚਨ ਸਿੰਘ ਨੇ ਇਹ ਬਿਆਨ ਦਿੱਤਾ ਕਿ ਪ੍ਰਚਾਰਕ ਮੂੰਹ ਸੰਭਾਲ ਕੇ ਗੱਲ ਕਰਨ, ਨਹੀਂ ਤੇ ਸੰਗਤਾਂ ਦੇ ਰੋਸ ਵਾਸਤੇ ਤਿਆਰ ਰਹਿਣ। ਸੰਗਤਾਂ ਨੂੰ ਇਨਸਟੀਗੇਟ ਕਰ ਰਿਹਾ ਜਥੇਦਾਰ ਅਕਾਲ ਤਖਤ ਕਿ ਤੁਸੀਂ ਸੰਗਤ ਵਿੱਚ ਉੱਠ ਕੇ ਰੋਸ ਕਰੋ। ਉਹ ਤਾਂ ਲੜਾਈ ਪਾਉਣ ਦੇ ਵਿੱਚ ਹਿੱਸੇਦਾਰ ਹੈ। ਲੜਾਈ ਖਤਮ ਨਹੀਂ ਕਰਨਾ ਚਾਹੁੰਦਾ ਕੋਈ। ਮੈਂ ਜਿਹੜੀ ਗੱਲ ਕਹਿ ਰਿਹਾ ਇਹਦੇ ਵਿੱਚ ਕੋਈ ਝੂਠ ਹੋਵੇ ਤਾਂ ਮੈਨੂੰ ਦੱਸੋ। ਉਹਨੇ ਇਨਸਟੀਗੇਟ ਕੀਤਾ ਕਿ ਪ੍ਰਚਾਰਕ ਸੋਚ ਕੇ ਬੋਲਣ। ਠੀਕ ਹੈ, ਨਹੀਂ ਤਾਂ ਸੰਗਤਾਂ ਰੋਸ ਜਿਹੜਾ ਉਹਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ। ਸਿੰਦਰ ਸਿੰਘ ਇਹ ਜਥੇਦਾਰ ਅਕਾਲ ਤਖਤ ਕਹਿ ਰਿਹਾ। ਸਿੰਦਰ ਸਿੰਘ ਗਿੱਲ, ਤੁਹਾਡੀ ਪਾਰਟੀ ਹੁਣ ਕੁਝ ਕਰਨ ਜਾ ਰਹੀ ਹੈ ਕਿ ਨਹੀਂ? ਦੇਖੋ ਇਹਦੇ ਵਿੱਚ ਫਿਰ ਉਹੀ ਗੱਲ ਮੈਂ ਤੁਹਾਨੂੰ ਕੇਪੀ ਜੀ ਕਹੂੰਗਾ ਵੀ ਸਿਆਸੀ ਪਾਰਟੀਆਂ ਜਿਹੜੀਆਂ ਇਹਦੇ 'ਚ ਦਖਲ ਅੰਦਾਜ਼ੀ ਨਾ ਰੱਖਣ ਆਪਣੀਆਂ। ਸ਼੍ਰੀ ਅਕਾਲ ਤਖਤ ਸਾਹਿਬ ਸਰਵੋਤਮ ਸਿੱਖਾਂ ਦੀ ਪਾਰਲੀਮੈਂਟ ਹੈ। ਅਕਾਲ ਤਖਤ ਸਾਹਿਬ ਦੇ ਦਖਲ ਨਾਲ ਹੀ ਇਹਦਾ ਹੱਲ ਨਿਕਲਣਾ, ਕਿਉਂਕਿ ਲੋਕੀ ਪੁਰਾਣੇ ਇਤਿਹਾਸ ਤੋਂ ਕਹਿੰਦੇ ਸਿੱਖ ਲੈਣਾ ਚਾਹੀਦਾ, ਸੇਧ ਲੈਣੀ ਚਾਹੀਦੀ ਹੈ। ਜੋ ਨੁਕਸਾਨ ਅੱਗੇ ਹੋਇਆ ਤੁਹਾਡਾ ਇਸ ਵਿਵਾਦ ਵਿੱਚ ਕੋਈ ਰੋਲ ਨਹੀਂ ਹੈ? ਨਹੀਂ, ਸਿਆਸਤ ਸਾਡਾ ਕੋਈ ਰੋਲ ਨਹੀਂ ਹੈ। ਸਾਡੇ ਕੋਈ ਰੋਲ ਨਹੀਂ। 2016 ਤੋਂ ਲੈ ਕੇ ਹੁਣ ਤੱਕ 15 ਨਹੀਂ, ਤੁਸੀਂ ਦੇਖੋ ਜਿੱਧਰ ਤੁਸੀਂ ਇਸ਼ਾਰੇ ਕਰ ਰਹੇ ਹੋ ਨਾ, ਜਿਸ ਮੈਂ ਇਸ਼ਾਰਾ ਨਹੀਂ ਕਰ ਰਿਹਾ, ਮੈਂ ਸਿੱਧਾ ਸਵਾਲ ਕਰ ਰਿਹਾ। ਨਹੀਂ, ਫਿਰ ਸਿੱਧਾ ਸਵਾਲ ਦਾ ਜਵਾਬ ਇਹ ਹੀ ਹੈ ਵੀ ਸਾਡਾ ਇਹ 'ਚ ਕੀ ਰੋਲ ਹੋ ਸਕਦਾ? ਤੁਸੀਂ ਆਪ ਹੀ ਸਾਨੂੰ ਕੀ ਇਹ 'ਚ ਸਾਡਾ ਤੇ ਸਿਰਫ ਇੱਕੋ ਹੀ ਹੈ, ਸ਼੍ਰੋਮਣੀ ਅਕਾਲੀ ਦਲ। ਜੇ ਸਰਕਾਰ ਅੱਜ ਲਾਅ ਐਂਡ ਆਰਡਰ ਦੀ ਗੱਲ ਕਰਦੀ ਹੈ ਤੇ ਸਾਡੀ ਪਾਰਟੀ ਸਰਕਾਰ ਦੇ ਨਾਲ ਖੜੇ ਹੋ, ਇਸ ਗੱਲ ਤੇ ਸਰਕਾਰ ਦੇ ਨਾਲ ਖੜੇ ਹੋ ਤੁਸੀਂ? ਸਾਡਾ ਇਹ ਹੈ, ਮੈਂ ਦੱਸ ਰਿਹਾ ਨਾ ਸਾਡਾ ਸਟੈਂਡ ਕੀ ਹੈ। ਸਾਡਾ ਸਟੈਂਡ ਇਹ ਹੈ ਵੀ ਜਿਹੜੇ ਵੀ ਪ੍ਰਚਾਰਕ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧੀ ਸੇਧ ਲੈ ਕੇ ਤੇ ਉਹਨੂੰ ਫੋਲੋ ਕਰਨ, ਕਿਤੇ ਵੀ ਲੜਾਈ ਝਗੜੇ ਵਾਲੇ ਪਾਸੇ ਨਾ ਆਉਣ। ਸਿੰਦਰ ਸਿੰਘ ਗਿੱਲ, ਮੈਂ ਸਵਾਲ ਬੜਾ ਸਿੱਧਾ ਕੀਤਾ ਹੈ, ਸਰਕਾਰ ਕਹਿ ਰਹੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਉਹਨਾਂ ਦੀ ਜ਼ਿੰਮੇਵਾਰੀ। ਉਹ ਸਰਕਾਰ ਦੀ ਜ਼ਿੰਮੇਵਾਰੀ। ਸਰਕਾਰ ਦੇ ਨਾਲ ਖੜੇ ਹੋ ਨਾ, ਇਸ ਗੱਲ ਤੇ ਕਿ ਨਹੀਂ ਖੜੇ? ਲਾਅ ਐਂਡ ਆਰਡਰ ਸਰਕਾਰ ਦੀ ਜ਼ਿੰਮੇਵਾਰੀ ਹੈ। ਤੁਸੀਂ ਸਰਕਾਰ ਦੇ ਨਾਲ ਖੜੇ ਹੋ, ਇਸ ਗੱਲ ਤੇ ਨਹੀਂ? ਸਰਕਾਰ ਨੂੰ ਸਪੋਰਟ ਕਰਦੇ ਹੋ ਇਸ ਗੱਲ ਤੇ ਨਹੀਂ? ਲਾਅ ਐਂਡ ਆਰਡਰ ਤੇ ਲਾਅ ਐਂਡ ਆਰਡਰ ਤੇ ਸਾਰੇ ਸਪੋਰਟ ਕਰਦੇ ਆ। ਲਾਅ ਐਂਡ ਆਰਡਰ ਨੂੰ ਕਿਉਂ ਨਹੀਂ ਕੋਈ ਸਪੋਰਟ ਕਰੇਗਾ? ਲਾਅ ਐਂਡ ਆਰਡਰ ਨੂੰ ਕਿਉਂ ਨਹੀਂ ਕੋਈ ਸਪੋਰਟ ਕਰੇਗਾ? ਸੰਧੂ ਜੀ, ਤੁਸੀਂ ਲਾਅ ਐਂਡ ਆਰਡਰ ਤੱਕ ਹੀ ਰਹਿਣਾ ਨਾ, ਗਾਂ ਤਾਂ ਨਹੀਂ ਜਾਣਾ ਕਿਤੇ? ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤਾਂ ਨਹੀਂ ਦੇਖ ਰਹੇ ਤੁਸੀਂ? ਨਹੀਂ, ਸਾਡਾ ਇਸ ਨਾਲ ਕੋਈ ਤਰਕ ਨਹੀਂ। ਪਰ ਮੈਂ ਇੱਕ ਜ਼ਰੂਰ ਇੱਥੇ ਗੱਲ ਰੱਖਣੀ ਚਾਹੁੰਦਾ ਇਸ ਮਾਧਿਅਮ ਰਾਹੀਂ ਕਿ ਗੁਰੂ ਨਾਨਕ ਦੇਵ ਜੀ ਨੇ ਗੋਸਟ ਦਾ ਕਨਸੈਪਟ ਦਿੱਤਾ, ਜਿਹੜੇ ਅੱਤ ਦੇ ਵਿਰੋਧੀ ਸੀ, ਜਿਨ੍ਹਾਂ ਨਾਲ ਕੋਈ ਇੱਕ ਚੀਜ਼ ਵੀ ਨਹੀਂ ਸੀ ਮਿਲਦੀ, ਚਾਹੇ ਉਹ ਇਸਲਾਮਿਕ ਧਰਮ ਵਾਲੇ ਸੀ, ਚਾਹੇ ਉਹ ਨਾਥ ਜੋਗੀ ਸੀ, ਚਾਹੇ ਹਰਿਦੁਆਰ ਪਾਂਡੇ ਬੈਠੇ ਸੀ। ਵੱਖ-ਵੱਖ ਥਾਵਾਂ ਤੇ ਯਾਤਰਾ ਕਰਕੇ ਉਹਨਾਂ ਨਾਲ ਇੱਕ ਵਿਚਾਰਧਾਰਕ ਸੰਵਾਦ ਰਚਾਇਆ ਤੇ ਆਪਣੀ ਗੱਲ ਮੂਹਰੇ ਰੱਖੀ। ਕੀ ਅਸੀਂ ਉਸ ਚੀਜ਼ ਨੂੰ ਹੁਣ ਛੱਡ ਨਹੀਂ ਜਾ ਰਹੇ ਕਿ ਸਾਡੇ ਅੰਦਰ ਸੰਵਾਦ ਗੋਸ਼ਟੀਆਂ ਤੋਂ ਪਾਸੇ ਹੋ ਗਏ? ਪਾਸੇ ਹੋ ਰਹੇ ਆ। ਅੱਛਾ, ਜੇ
ਮਤਲਬ ਪ੍ਰਚਾਰ ਤਾਂ ਉਹ ਵੀ ਸਿੱਖੀ ਦਾ ਕਰ ਰਿਹਾ, ਉਹ ਵੀ ਸਿੱਖੀ ਦਾ ਕਰ ਰਿਹਾ। ਜੇ ਕਿਤੇ ਮਤਭੇਦ ਮਾੜੇ ਮੋਟੇ ਹੈ ਵੀ ਤਾਂ ਮੈਂ ਸਰਦਾਰ ਗੁਰਤੇਜ ਸਿੰਘ ਹੋਰਾਂ ਦੀ ਗੱਲ ਨਾਲ ਸਹਿਮਤ ਹੈ ਕਿ ਲੋਕਾਂ ਨੂੰ ਜਾਣ ਦਿਓ ਚੀਜ਼ਾਂ, ਦੋਨੇ ਚੀਜ਼ਾਂ ਜਾਣ ਦਿਓ, ਜਿਹਨੂੰ ਉਹ ਪਸੰਦ ਕਰਨਗੇ ਉਹ ਹੋਵੇ। ਉਹ ਇਸ ਤਰੀਕੇ ਨਾਲ ਨਾ ਧਮਕੀਆਂ ਆਉਣ, ਨਾ ਲੜਾਈ ਹੋਵੇ, ਨਾ ਕੋਈ। ਹੁਣ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ, ਫਟਾਫਟ ਪਲੀਜ਼। ਨਾਨਕਸਰ ਵਾਲਿਆਂ ਦੀ ਮਰਿਆਦਾ ਜਿਹੜੀ ਹੈ ਹੋਰ ਹੈ, ਨਾਮਧਾਰੀਆਂ ਦੀ ਜਿਹੜੀ ਮਰਿਆਦਾ ਹੈ ਉਹ ਹੋਰ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਸੈਗਮੈਂਟ ਹੈ ਸਿੱਖੀ ਦੇ ਵਿੱਚ ਜਿਨ੍ਹਾਂ ਦੇ ਅੱਡ ਅੱਡ ਹੈ। ਜਾਂ ਤਾਂ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਬੁਲਾ ਕੇ ਜਾਂ ਕੋਈ ਵੀ ਰੂਪ ਲੈ ਕੇ ਉਹ ਕਰੋ, ਪਰ ਜਿਸ ਪਹਿਲਾਂ ਵਾਲਾ ਤਾਂ ਨਹੀਂ ਜਿਹੜਾ ਪਹਿਲਾਂ ਨਹੀਂ, ਹੋਇਆ ਸੀ। ਹਾਂ। ਜਿਸ ਤਰ੍ਹਾਂ ਸਰਦਾਰ ਰਜਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੀ ਨਿਰਪੱਖ ਨਹੀਂ ਗਏ, ਉਹਨਾਂ ਦੀ ਡੋਰ ਕਿਸੇ ਦੇ ਪਿੱਛੇ ਹੱਥ 'ਚ ਪਰਦੇ 'ਚ, ਤਾਂ ਫਿਰ ਉਹ ਉਸੇ ਤਰ੍ਹਾਂ ਦੇ ਰਿਜ਼ਲਟ ਨਿਕਲਣਗੇ। ਮੈਂ ਤਾਂ ਇੱਕ ਗੱਲ ਸਿਰ ਫਟਾਫਟ। ਇੱਥੇ ਜਿਹੜਾ ਸੀ ਵਿਚਾਰ ਮੇਰੇ ਆਇਆ ਵੀ ਕੀ ਢੱਡਰੀਆਂ ਵਾਲੇ ਹੋਣਾ ਨੇ ਜੱਸੋਵਾਲ ਦੇ ਖਿਲਾਫ ਰਿਟਨ ਕੰਪਲੇਂਟ ਕੀਤੀ ਹੈ ਪੁਲਿਸ ਨੂੰ? ਇਹ ਮੈਂ ਪੁੱਛਦਾ ਸੀ। ਕੀ ਲੋੜ ਹੈ ਇਸ ਦੀ? ਨਹੀਂ, ਉਹ ਮੈਂ ਪੁੱਛ ਰਿਹਾ ਇਸੇ ਕਰਕੇ ਸਾਰੇ ਸਕਾਲਰਸ ਬੈਠੇ ਹੋ ਵੀ ਕੀ ਉਹ ਕੰਪਲੇਂਟ ਕੀਤੀ ਉਹਨਾਂ ਲੋੜ ਨਹੀਂ, ਉਹ ਸਰਕਾਰ ਨੇ ਕੋਗਨੀਜੈਂਸ ਲੈਣੀ, ਲੈ ਸਕਦੀ ਹੈ ਸਰਕਾਰ ਤੇ ਕੋਗਨੀਜੈਂਸ ਲੈ ਸਕਦੀ। ਤੁਸੀਂ ਕਹਿ ਦਿਓ ਢੱਡਰੇ ਵਾਲਾ ਸਾਹਿਬ ਨੂੰ ਵੀ ਕਰਵਾ ਦਿਓ। ਨਹੀਂ, ਮੈਂ ਜਨਰਲ ਦੇਖੋ ਸਾਰੇ ਬੈਠੇ ਸੀ, ਇੱਕ ਵਾਰ ਮੈਂ ਤਾਂ ਹੀ ਪੁੱਛ ਰਿਹਾ, ਮੈਂ ਇਸੇ ਲਈ ਪੁੱਛ ਰਿਹਾ ਸੀ। ਹਾਂਜੀ, ਜਿਸ ਵੇਲੇ ਭੁਪਿੰਦਰ ਸਿੰਘ ਨੂੰ ਮਾਰਿਆ ਗਿਆ, ਹਰਨਾਮ ਸਿੰਘ ਧੁਮਾ ਕਹਿੰਦਾ ਰਿਹਾ ਕਿ ਹਾਂ ਸਾਡੇ ਬੰਦਿਆਂ ਨੇ ਮਾਰਿਆ। ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ। ਕੀ ਹਰਨਾਮ ਸਿੰਘ ਧੁਮਾ ਦੇ ਖਿਲਾਫ ਕੋਈ ਐਕਸ਼ਨ ਹੋਇਆ, ਕੋਈ ਕਾਰਵਾਈ ਕੀਤੀ ਗਈ? ਉਹਦੇ ਬੰਦੇ ਅਰੈਸਟ ਹੋ ਗਏ। ਨਹੀਂ, ਉਹ ਤਾਂ ਬਾਦਲ ਸਰਕਾਰ ਨੇ ਵੀ ਨਹੀਂ ਕੀਤੀ, ਰਾਜੇ ਨੇ ਵੀ ਨਹੀਂ ਕੀਤੀ, ਉਹ ਤੇ ਅਰੈਸਟ ਹੋ ਗਏ ਨਾ ਬੰਦੇ। ਕਿਸੇ ਨੇ ਨਹੀਂ ਕੀਤੀ। ਮੈਂ ਤਾਂ ਐਸੇ ਕਰਦੇ ਦੋਨਾਂ ਨੂੰ ਕਹਿ ਰਿਹਾ, ਦੋਨੇ ਆਪਣੀ ਸਿਆਸਤ ਗੁਰਤੇਜ ਸਿੰਘ, ਗੁਰਤੇਜ ਸਿੰਘ ਜਿਹਨੇ ਲਾਅ ਆਪਣੇ ਹੱਥ ਲਾਸਟ ਮਿੰਟ ਕਰੂਗਾ ਤੇ ਹੁਣ ਕਾਨੂੰਨੀ ਕਾਰਵਾਈ ਹੋਈ। ਸੰਗਤ ਹੀ ਫੈਸਲਾ ਕਰੇ। ਅਖੀਰ ਵੀ ਸੰਗਤ ਨੇ ਫੈਸਲਾ ਕਰਨਾ ਹੈ। ਦੇਖੋ ਗੁਰੂ ਪਰਿਵਾਰ ਦੇ ਕਿਵੇਂ ਵਿੱਚ ਕਿਵੇਂ ਹੋਊਗਾ ਫੈਸਲਾ? ਸੰਗਤ ਇਹ ਵੀ ਸਮਝਣਾ ਚਾਹੁੰਦੀ, ਸੰਗਤ ਫੈਸਲਾ ਕਿਵੇਂ ਕਰੂਗੀ? ਹੁਣ ਸਾਰੇ ਤਾਂ ਸਾਰੇ ਸੁਣਨ ਜਾਂਦੇ, ਉਹਨਾਂ ਨੂੰ ਵੀ ਸੁਣਨ ਜਾਂਦੇ, ਉਹਨਾਂ ਨੂੰ ਵੀ ਸੁਣਨ ਜਾਂਦੇ, ਕਿਵੇਂ ਸੰਗਤ ਫੈਸਲਾ ਕਰੂ? ਤੁਸੀਂ ਇਸ ਤੋਂ ਵੀ ਅੰਦਾਜ਼ਾ ਲਾ ਸਕਦੇ ਹੋ। ਹਾਂ, ਇਹਦਾ ਮਤਲਬ ਜਿੰਦੇ ਫਾਲੋਅਰ ਵੱਧ ਆ ਉਹ ਫੈਸਲਾ ਹੋ ਗਿਆ। ਨਹੀਂ, ਫਾਲੋਅਰ ਦਾ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦੇ ਉੱਤੇ ਕਿਸੇ ਨੂੰ ਸ਼ੱਕ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਕਾਇਮ ਰੱਖਦਿਆਂ ਹੋਇਆ ਜਿਹੜਾ ਖਾਲਸਾ ਪੰਥ ਹੈ ਉਸ ਦੀ ਗੁਰਗੱਦੀ ਦੇ ਉੱਤੇ ਕਿਸੇ ਨੂੰ ਸ਼ੱਕ ਨਹੀਂ। ਖਾਲਸਾ ਪੰਥ ਦਾ ਇਕੱਠ ਬੁਲਾ ਕੇ ਪੁੱਛਿਆ ਜਾਵੇ ਵੀ ਆਹ ਲੋਕ ਆਪਣੇ ਆਪਣੇ ਇਸ਼ੂਜ਼ ਦੱਸ ਦੇਣ, ਇਹ ਲੋਕ ਆਹ ਗੱਲ ਕਹਿੰਦੇ ਨੇ, ਆਹ ਲੋਕ ਆਹ ਗੱਲ ਕਹਿੰਦੇ ਨੇ, ਤੇ ਇਸ ਦੇ ਵਿੱਚੋਂ ਕਿਹੜੀ ਜਾਇਜ਼ ਹੈ ਸੰਗਤ ਦੱਸ ਦੇ। ਤੁਸੀਂ ਕਹਿ ਰਹੇ ਹੋ ਕਿ ਭਰੀ ਸਭਾ ਵਿੱਚ ਫੈਸਲਾ ਹੋਵੇ? ਬਿਲਕੁਲ ਇਸ ਤਰ੍ਹਾਂ ਹੀ ਫੈਸਲੇ ਹੋਣਗੇ। ਕੌਰ ਸਾਹਿਬ ਦੇਖੋ ਦੋ ਤਿੰਨ ਗੱਲਾਂ ਸਮਝਣ ਲਾਸਟ ਵਾਲੀਆਂ, ਮਿੰਟ ਫਟਾਫਟ। ਦੋ ਤਿੰਨ ਗੱਲਾਂ ਸਮਝਣ ਵਾਲੀਆਂ। ਬਹੁਤ ਕੁਝ ਕੂੜ ਕਸੱਤ ਲਿਖਿਆ ਗਿਆ, ਹਰ ਇੱਕ ਬੰਦੇ ਨੇ ਜਿਹੜਾ ਪੜ੍ਹ ਲਿਆ ਉਹੀ ਉਹਨੂੰ ਮੰਨ ਰਿਹਾ। ਮੈਂ ਜਿਵੇਂ ਪਹਿਲਾਂ ਕਿਹਾ ਸੀ, ਇੰਸਟੀਚਿਊਟ ਆਫ ਐਡਵਾਂਸ ਸਟੱਡੀਜ਼ ਇਨ ਸਿੱਖੀਜ਼ਮ ਤੋਂ ਸੁਧਾਈ ਕਰਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਛਪੇ ਲਿਟਰੇਚਰ ਦੀ ਸੁਧਾਈ ਕਰਾਉਣੀ ਚਾਹੀਦੀ ਹੈ। ਦੂਜੇ ਪਾਸੇ ਇਹਨਾਂ ਨੇ ਨਾਮਧਾਰੀਆਂ ਦੀ ਗੱਲ ਕੀਤੀ, ਮਰਜ਼ਾਦਾ ਦੀ। ਨਾਮਧਾਰੀਆਂ ਦੀ ਇੱਕ ਕਿਤਾਬ ਹੈ ਪੁਰਖ ਗੁਰੂ, ਜਿਹਦੇ ਵਿੱਚ ਪੰਜ ਪਿਆਰਿਆਂ ਦੇ ਕਨਸੈਪਟ ਨੂੰ ਵੀ ਚੈਲੰਜ ਹੈ ਔਰ ਅੰਮ੍ਰਿਤ ਦੀ ਦਾਤ ਨੂੰ ਵੀ ਚੈਲੰਜ ਹੈ। ਉਹਨਾਂ ਨੇ ਕਿਹਾ ਗੁਰੂ ਕੇਵਲ ਪੁਰਖ ਹੋ ਸਕਦਾ, ਗੁਰੂ ਗ੍ਰੰਥ ਹੋ ਹੀ ਨਹੀਂ ਸਕਦਾ। ਤਾਂ ਵੱਡੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਨੂੰ ਚੈਲੰਜ ਸ਼ਬਦ ਗੁਰੂ ਹੀ ਨਹੀਂ ਹੋ ਸਕਦਾ। ਤੇ ਉੱਥੇ ਕਿਉਂ ਨਹੀਂ ਬੋਲਦਾ ਕੋਈ? ਸਤਿਆਰਥ ਪ੍ਰਕਾਸ਼ ਕਿਤਾਬ ਹੈ ਆਰੀਆ ਸਮਾਜੀਆਂ ਦੀ, ਉਹਨਾਂ ਨੇ ਛੱਡਿਆ ਹੀ ਕੱਖ ਨਹੀਂ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਂ ਕੋਈ ਹੋਰ ਹੋਵੇ। ਉੱਥੇ ਕਿਉਂ ਨਹੀਂ ਬੋਲਦਾ ਕੋਈ? ਉੱਥੇ ਕਿਉਂ ਨਹੀਂ ਛੇ ਦੀਆਂ ਛੇ ਲਗਾਉਂਦੇ ਜਾ ਕੇ? ਇਹ ਆਪਣੇ ਭਰਾਵਾਂ ਲਈ ਬਣੀਆਂ ਗੋਲੀਆਂ ਜਿਹੜੀਆਂ ਬਣੀਆਂ ਹੋਈਆਂ। ਇਹਨਾਂ ਦਾ ਹੱਲ ਜਿਹੜਾ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਇਹ ਪਹਿਲ ਕਰਨੀ ਚਾਹੀਦੀ ਆ ਵੀ ਜਿਹੜੀਆਂ ਲਿਟਰੇਚਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ਿਤ ਕੀਤਾ ਉਹਦੇ ਵਿੱਚੋਂ ਗੰਦਮੰਦ ਬਾਹਰ ਕੱਢਣਾ ਚਾਹੀਦਾ। ਦੂਜਾ, ਜਿਹੜੇ ਗ੍ਰੰਥਾਂ ਦੀ ਕਥਾ ਹੋ ਰਹੀ ਹੈ ਗੁਰਦੁਆਰਿਆਂ ਦੇ ਵਿੱਚ, ਜਿਹਦੇ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਅਹਿਮ ਹੈ, ਉਹਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜੀਆਂ ਗੱਲਾਂ ਇਤਰਾਜ਼ਯੋਗ ਨੇ ਮਾਈ ਭਾਗੋ ਜੀ ਬਾਰੇ ਜਾਂ ਕੁਝ ਹੋਰ ਗੱਲਾਂ ਨੇ, ਉਹ ਕਹਿੰਦੇ ਨੇ ਜੀ ਉਹ ਕਵੀ ਸੰਤੋਖ ਸਿੰਘ ਦੇ ਭਤੀਜੇ ਕੋਲੋਂ ਅੰਗਰੇਜ਼ਾਂ ਨੇ ਲਿਖਾ ਲਈਆਂ ਸੀ, ਤੇ ਜੇ ਲਿਖਾਈਆਂ ਜਾ ਸਕਦੀਆਂ ਕੱਢੀਆਂ ਵੀ ਜਾ ਸਕਦੀਆਂ। ਕੌਰ ਸਾਹਿਬ, ਮੈਂ ਉਹਨਾਂ ਨੂੰ ਕੱਢ ਕੇ ਸ਼ੁੱਧ ਕਰ ਦਿਓ। ਕੌਰ ਸਾਹਿਬ, ਮੈਂ ਇਸ ਚਰਚਾ ਦੇ ਵਿੱਚ ਤੁਹਾਡੇ ਤੋਂ ਕੋਲੋਂ ਇੱਕ ਗੱਲ ਇਹ ਜ਼ਰੂਰ ਮੈਂ ਸਮਝਿਆ ਹੈਗਾ ਕਿ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਕਮੇਟੀ ਜਿਹੜਾ ਆਪਣਾ ਸਾਹਿਤ ਹੈਗਾ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਪਹਿਲਾਂ ਉਸ ਦੀ ਸੁਧਾਈ ਕਰੇ, ਪਹਿਲ ਕਰਨੀ ਪਏਗੀ। ਦੂਜੀ ਗੱਲ ਤੁਸੀਂ ਕਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਰੇ ਕਿਤੇ ਲਾਗੂ ਹੋਵੇ ਤਾਂ ਵਿਵਾਦ ਦਾ ਸਿੰਸੈਰਿਟੀ ਸ਼ੋਅ ਕਰਨੀ ਪਏਗੀ ਪੰਥਕ ਸੰਸਥਾਵਾਂ ਨੂੰ, ਤਾਂ ਸਾਂਝੇ ਬਣਨਗੇ, ਉਦਾਂ ਨਹੀਂ ਬਣਨਗੇ। ਆਪਣੇ ਆਪਣੇ ਇਸ਼ੂਜ਼ ਇਹਨਾਂ ਨੂੰ ਤੈਅ ਕਰਨੇ ਪੈਣਗੇ ਕਿ ਕਿਸ ਚੀਜ਼ ਦੇ ਉੱਤੇ ਦੂਸਰੇ ਦਾ ਇਤਰਾਜ਼ ਹੈ। ਠੀਕ ਹੈ, ਉਸ ਤੋਂ ਬਾਅਦ ਕੋਈ ਏਕਤਾ ਦੀ ਗੱਲ ਚੱਲੇਗੀ। ਕਿਉਂਕਿ ਇਹ ਲੜਾਈ ਕੇਵਲ ਬਾਬਾ ਹਰਨਾਮ ਸਿੰਘ ਤੇ ਢੱਡਰੀਆਂ ਵਾਲੇ ਵਿਚਕਾਰ ਨਹੀਂ ਹੈ। ਇਹ ਲੜਾਈ ਨੇ ਹੋਰ ਰੁਖ ਲੈਣਾ। ਪ੍ਰਚਾਰਕਾਂ ਦੀ ਇੱਕ ਲਾਈਨ ਦੂਜੇ ਪਾਸੇ ਤੁਰ ਪਈ, ਦੂਜੀ ਦੂਜੇ ਪਾਸੇ। ਸੰਗਤ ਵੀ ਹੈਗੀ, ਇਹਨੂੰ ਅਥੈਂਟੀਕੇਟ ਕੌਣ ਕਰੂਗਾ? ਵੰਡਿਆ ਜਾ ਰਿਹਾ ਇਹਨੂੰ ਕੌਣ ਅਥੈਂਟੀਕੇਟ ਕਰੂ ਵੀ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਨਾਲ ਲੜਨ? ਇਹ ਉਦੋਂ ਕੋਈ ਸਮਝੌਤੇ ਹੁੰਦੇ ਜਦੋਂ ਨੀਅਤ ਹੋਏ, ਇਹ ਸਭ ਤੋਂ ਵੱਡੀ ਗੱਲ ਹੈ। ਚਲੋ ਇਹ ਗੱਲ ਤੇ ਸਿਆਸੀ ਬੰਦਿਆਂ ਨੂੰ ਪਰੇ ਰਹਿਣਾ ਚਾਹੀਦਾ। ਹਾਂ, ਇਹ ਗੱਲ ਸਿਆਸੀ ਬੰਦਿਆਂ ਨੂੰ ਇਹ ਸਮਝਣਾ ਚਾਹੀਦਾ ਵੀ ਪਹਿਲਾਂ ਅਸੀਂ ਸਿੱਖ ਆਂ, ਅਕਾਲੀ ਬਾਚ ਆਂ,
ਤੇ ਕਾਂਗਰਸੀ ਵੀ ਬਾਅਦ 'ਚ। ਚਲੋ ਫਿਰ ਮਸਲੇ ਹੱਲ ਹੋ ਬਹੁਤ ਸਕਦੇ। ਧੰਨਵਾਦ ਸਾਰੇ ਮਹਿਮਾਨਾਂ ਦਾ, ਤੁਸੀਂ ਇਸ ਚਰਚਾ ਵਿੱਚ ਆਏ। ਗੁਰਨਾਮ ਸਿੰਘ ਤੁਹਾਡਾ, ਰਜਿੰਦਰ ਖਾਲਸਾ ਤੁਹਾਡਾ, ਸਿੰਦਰ ਸਿੰਘ ਵਾਹਿਗੁਰੂ ਜੀ ਤੁਹਾਡਾ, ਕਾ ਖਾਲਸਾ, ਦਾਰਾ ਸੰਧੂ ਤੁਹਾਡਾ, ਸਦੇਵ ਸਿੰਘ ਪੌਰ ਤੁਹਾਡਾ, ਗੁਰਤੇਜ ਸਿੰਘ ਤੁਹਾਡਾ, ਸਾਰਿਆਂ ਦਾ ਬਹੁਤ ਧੰਨਵਾਦ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਸੰਜੀਦਾ ਚਰਚਾ ਹੋਵੇ ਤੇ ਇਸ ਵਿੱਚ ਕੋਈ ਹੱਲ ਨਿਕਲੇ। ਜਿਹੜੀ ਚਰਚਾ ਦਾ ਨਿਚੋੜ ਇਹ ਨਿਕਲਿਆ ਹੈਗਾ, ਅਸੀਂ ਅਖੀਰ ਦੇ ਵਿੱਚ ਵੀ ਗੱਲ ਕੀਤੀ ਹੈਗੀ ਹੈ ਕਿ ਸਾਹਿਤ ਆ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਬਾਰੇ ਲਿਖਿਆ ਗਿਆ ਹੈ ਕਿ ਉਸ ਦੀ ਸੁਧਾਈ ਹੋਣੀ ਚਾਹੀਦੀ ਹੈ, ਉਸ ਤੇ ਪੂਰੀ ਖੋਜ ਹੋਣੀ ਚਾਹੀਦੀ ਹੈ। ਜਿਹੜੀ ਖੋਜ ਕੀਤੀ ਗਈ ਹੈ ਕਿ ਉਸ ਨੂੰ ਉਸ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈਗਾ। ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਹੈ ਕਿ ਉਸ ਨੂੰ ਇਨ ਬਿਨ ਸਾਰੇ ਕਿਤੇ ਲਾਗੂ ਕੀਤਾ ਜਾਣਾ ਚਾਹੀਦਾ। ਇੱਕ ਹੋਰ ਗੱਲ ਇੱਥੇ ਸਾਹਮਣੇ ਆਈ ਹੈ ਕਿ ਉਹ ਜਿਹੜੇ ਇਤਰਾਜ਼ ਦੋਨਾਂ ਧਿਰਾਂ ਦੇ ਹੈ ਕਿ ਉਹ ਦੱਸ ਦਿੱਤੇ ਜਾਣ ਤੇ ਉਹ ਬੈਠ ਕੇ ਉਸ ਨੂੰ ਵਿਚਾਰਿਆ ਜਾ ਸਕਦਾ ਹੈਗਾ, ਪਰ ਇਹ ਸਭ ਕੁਝ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਜਾਣਾ ਚਾਹੀਦਾ ਹੈਗਾ। ਹੁਣ ਆਖਰੀ ਜਿਹੜਾ ਹਿੱਸਾ ਹੈਗਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਿੱਸੇ ਹੈਗਾ, ਉਹ ਚੋਣ ਤਾਂ ਵਿਵਾਦ ਦਾ ਅੰਤ ਹੋ ਸਕਦਾ ਹੈ। ਉਹ ਕਦੋਂ ਚੋਣ ਕਿ ਇਸ ਦਾ ਇੰਤਜ਼ਾਰ ਅਸੀਂ ਕਰਾਂਗੇ। ਬਹੁਤ ਧੰਨਵਾਦ।